ਪਹਿਲੀ ਨਾਂ ਗੈਂਗਸਟਰ ਦਾ ਦੇ ਦਿੱਤਾ ਜਾਂਦਾ ਹੈ ਤੇ ਨੌਜਵਾਨਾਂ ਤੇ ਕੇਸ ਪਾਏ ਜਾਂਦੇ ਨੇ। ਮਾਹੌਲ ਐਵੇਂ ਦਾ ਬਣਾ ਦਿੱਤਾ ਜਾਂਦਾ ਹੈ ਕਿ ਨੌਜਵਾਨਾਂ ਨੂੰ ਘਰੋਂ ਬੇਘਰ ਹੋਣਾ ਪੈਂਦਾ ਹੈ। ਗੈਂਗਸਟਰ ਪਹਿਲੀ ਕਹਿਣਾ ਕਿੱਥੋਂ ਤੱਕ ਜਾਇਜ਼ ਹੈ? ਗੈਂਗਸਟਰ ਇਹ ਅਸਮਾਨ ਤੋਂ ਨਹੀਂ ਡਿੱਗੇ ਜੀ, ਨਾ ਕੋਈ ਪੈਰਾਸ਼ੂਟ ਰਾਹੀਂ ਇਹਨਾਂ ਦੀ ਐਂਟਰੀ ਹੋਈ ਹੈ। ਇਹ ਬੱਚੇ ਜਿਹੜੇ ਨੇ ਇਹਨਾਂ ਦੇ ਵਿੱਚ ਮੋਸਟਲੀ ਜਿਹੜੇ ਖੋਖਰ ਸਾਹਿਬ ਜਿਹੜੇ ਇਹ ਬੱਚੇ ਜਿਹੜੇ ਇਸ ਪਾਸੇ ਚਲੇ ਗਏ ਨੇ ਮੇਨ ਸਟ੍ਰੀਮ ਤੋਂ ਹਟ ਕੇ, ਇਹਨਾਂ ਦੇ ਵਿੱਚੋਂ 80% ਸਪੋਰਟਸਮੈਨ। ਉਹ ਹੌਲੀ ਹੌਲੀ ਖੋਖਰ ਸਾਹਿਬ ਹੁੰਦਾ ਕੀ ਹੈ, ਜਦੋਂ 10 15 20 ਮੁਕੱਦਮੇ ਹੋ ਜਾਂਦੇ ਨੇ ਤਾਂ ਉਹਨਾਂ ਦੇ ਮਨ 'ਚ ਇੱਕ ਚੀਜ਼ ਆ ਜਾਂਦੀ ਹੈ ਕਿ ਜੇਕਰ ਅਸੀਂ ਸਰੈਂਡਰ ਵੀ ਕਰਦੇ ਹਾਂ ਤਾਂ ਸਾਡੀ ਤਾਂ ਸਾਰੀ ਉਮਰ ਜਿਹੜੀ ਉਹ ਜੇਲ੍ਹਾਂ 'ਚ ਚਲੀ ਗਈ। ਜਿਹੜੇ ਵੈਪਨਸ ਨੇ, ਔਰ ਸਾਡੇ ਇਹਦੇ ਵਿੱਚ ਮੈਂ ਥੋੜਾ ਜਿਹਾ ਸਿੰਗਰਸ ਨੂੰ ਵੀ ਲਾਉਂਗਾ ਪੰਜਾਬ ਦੇ ਵਿੱਚ, ਜਿਹੜਾ ਇੱਕ ਕਲਚਰ ਅਡਾਪਟ ਕਰ ਲਿਆ ਉਹ ਇਹ ਹੈ ਕਿ ਗਨ ਕਲਚਰ ਨੂੰ ਪ੍ਰਮੋਟ ਕਰਦੇ ਨੇ, ਹਨਾ। ਇਹ ਨਹੀਂ ਮੈਂ 1 2 3 ਸਿੰਗਰ ਨਹੀਂ, ਤਕਰੀਬਨ ਗਾਣਿਆਂ 'ਚ ਅਸੀਂ ਦੇਖਦੇ ਹਾਂ ਵੀ ਗਨਸ ਨੂੰ ਪ੍ਰਮੋਟ ਕੀਤਾ ਜਾਂਦਾ ਹੈ। ਉਹ ਹੌਲੀ ਹੌਲੀ ਬੱਚਿਆਂ ਨੂੰ ਉਹ ਚੀਜ਼ ਅਟਰੈਕਟ ਕਰਦੀ। ਹੁਣ ਸਵਾਲ ਇਹ ਹੈ ਕਿ ਜਿਹੜਾ ਤੁਸੀਂ ਜੱਸੀ ਖਰੜ ਦੀ ਪਤਨੀ ਦੀ ਜਿਹੜੀ ਬੇਲ ਕਰਾਈ, ਉਹ ਤੁਸੀਂ ਕੀ ਦਲੀਲਾਂ ਦਿੱਤੀਆਂ ਸੈਸ਼ਨ ਕੋਰਟ ਮੋਹਾਲੀ ਦੇ ਵਿੱਚ, ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਹੁਣ ਜੱਸੀ ਦਾ ਕੇਸ ਤਾਂ 4 ਦਿਨ ਦੇਖ ਲਿਆ ਵੀ ਨਾ ਤੇ ਉਹਨੇ ਫੋਨ ਪਵਾਇਆ ਹੈ, ਨਾ ਇਹਦਾ ਕੋਈ ਸੰਪਰਕ ਹੈ, ਨਾ ਇਹਦਾ ਕੋਈ ਉਹਦੇ ਨਾਲ ਕੋਈ ਹੁਣ ਕਨੈਕਸ਼ਨ ਹੈ ਵੀ ਜਿਹਦੇ 'ਚ ਇਹ ਉਹਨੂੰ ਹੈਲਪ ਕਰਦੀ ਹੋਵੇ। ਕੁਛ ਨਹੀਂ ਲੱਭਿਆ। ਭੁੱਲਰ ਵਾਲਾ ਮਾਮਲਾ ਵੀ ਸਾਹਮਣੇ ਲਿਆਂਦਾ ਕਿ ਉਹਦਾ ਵਿਵਾਦ ਚੱਲਿਆ ਕਿ ਉਹਦੀਆਂ ਪਸਲੀਆਂ ਤੋੜਤੀਆਂ, ਬਾਂਹ ਤੋੜਤੀ, ਕਿ ਫੇਕ ਐਨਕਾਊਂਟਰ ਕੀਤਾ। ਜੱਸੀ ਦਾ ਵੀ ਕੀਤਾ ਹੋ ਸਕਦਾ, ਉਹ ਗੱਲਾਂ ਰੱਖੀਆਂ ਤੁਸੀਂ? ਦੇਖੋ ਡੀਏ ਬਿਲਕੁਲ। ਇਹ ਜਿਹੜੀ ਲੜਕੀ ਤੇ ਟੌਰਚਰ ਕੀਤਾ, ਉਹਦੇ ਬਾਰੇ ਵੀ ਕੋਈ ਅਰਜ਼ੀ ਪਾਉਂਗੇ ਜਾਂ ਨਜਾਇਜ਼ ਹਿਰਾਸਤ ਵਿੱਚ ਰੱਖਿਆ, ਕੋਈ ਹੈ ਪਲਾਨ ਤੁਹਾਡਾ ਭਵਿੱਖ ਦਾ? ਇਹ ਜਿਹੜੀ ਲੜਕੀ ਤੇ ਟੌਰਚਰ ਕੀਤਾ, ਉਹਦੇ ਬਾਰੇ ਵੀ ਕੋਈ ਅਰਜ਼ੀ ਪਾਉਂਗੇ ਜਾਂ ਨਜਾਇਜ਼ ਹਿਰਾਸਤ ਵਿੱਚ ਰੱਖਿਆ, ਕੋਈ ਹੈ ਪਲਾਨ ਤੁਹਾਡਾ ਭਵਿੱਖ ਦਾ? ਵੀ ਉਹ ਫਾਦਰ ਉਹ ਮਦਰ ਜਿਨ੍ਹਾਂ ਨੇ ਬੱਚਾ ਵੀ ਗਵਾ ਲਿਆ ਤੇ ਪਿਛਲੇ 1 ਹਫ਼ਤੇ ਤੋਂ ਉਹਨਾਂ ਦੀ ਜਿਹੜੀ ਲਾਸ਼ ਹੈ ਉਹ ਘਰੇ ਸੜ ਰਹੀ ਹੈ। ਤੁਸੀਂ ਉਹਦੇ ਜਿਗਰਾ ਦੇਖੋ ਉਸ ਫਾਦਰ ਦਾ, ਵੀ ਜਿਹਦਾ ਬੱਚਾ ਜਿਹੜਾ ਹੈ, ਮੈਂ ਕਹਿੰਦਾ ਕਿ ਚਲੋ ਠੀਕ ਉਹਦੀ ਹਿਸਟਰੀ ਕੋਈ ਹੈਗੀ ਨਹੀਂ ਹੈਗੀ, ਮੈਂ ਉਹਦੇ 'ਚ ਕੋਈ ਕਿੰਤੂ ਪਰੰਤੂ ਨਹੀਂ। ਕੀ ਮੰਗਦੇ ਨੇ ਪੇਰੈਂਟਸ? ਸਿਰਫ ਇਹ ਮੰਗਦੇ ਨੇ ਵੀ ਇਹਦਾ ਇੱਕ ਵਾਰੀ ਪੋਸਟ ਦੇਖੋ। ਉਹਨੇ ਜਾਗਣਾ ਨਹੀਂ, ਆਪਰੇਸ਼ਨ ਨਹੀਂ ਮੰਗਦੇ ਵੀ ਕੋਈ ਇਹੋ ਜਿਹਾ ਚੀਜ਼ ਕਰ ਦਿਓ ਜਿਹਦੇ ਨਾਲ ਜਾਗ ਜੂ। ਉਹ ਕੀ ਮੰਗਾ ਉਹਨਾਂ ਦੀ? ਤੁਸੀਂ ਆਪ ਦੇਖੋ, ਇੱਕ ਹਿਊਮੈਨਿਟੇਰੀਅਨ ਗਰਾਊਂਡ ਦੇਖੋ ਤੁਸੀਂ ਉਹਨਾਂ ਦਾ, ਵੀ ਸਾਡਾ ਐਟਲੀਸਟ ਇੱਕ ਵਾਰੀ ਪੋਸਟਮਾਰਟਮ ਕਰਾਓ। ਮੇਰੇ ਕੋਲ ਰਾਤ ਵੀ ਫੋਟੋਆਂ ਆਈਆਂ ਨੇ, ਮੈਂ ਉਹਦੀਆਂ ਦੇਖੀਆਂ ਨੇ। ਉਹਦੇ ਫ੍ਰੈਕਚਰਸ ਮੋਢੇ ਦੇ ਮੈਂ ਦੇਖ ਰਿਹਾ, ਬੋਡੀ ਦੇ ਦੇਖੋ। ਜੇ ਫ੍ਰੈਕਚਰਸ ਹੈਗੇ ਨੇ ਕੋਕਰ ਸਾਹਿਬ, ਤਾਂ ਇੱਕ ਚੀਜ਼ ਤਾਂ ਕਲੀਅਰ ਹੈ ਵੀ ਜਿਹੜੀ ਕਲਕੱਤੇ ਇਹ ਜਿਹੜਾ ਫੇਕ ਇਨਕਾਊਂਟਰ ਹੈ ਉਹ ਕਲੀਅਰ ਹੁੰਦਾ ਹੈ ਜੇ ਫ੍ਰੈਕਚਰ ਉਹਦੀ ਬੋਡੀ ਤੇ ਆ ਜਾਂਦੇ। ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੋਖਰ ਸਵਾਗਤ ਕਰਦਾ ਹਾਂ। ਅੱਜ ਅਸੀਂ ਗੱਲ ਕਰਾਂਗੇ ਉਸ ਮੁੱਦੇ ਦੀ, ਜਿਸ ਮੁੱਦੇ ਦੀ ਸਾਰੇ ਪੰਜਾਬ ਵਿੱਚ ਨਹੀਂ ਪੂਰੇ ਭਾਰਤ ਦੇ ਵਰਲਡ ਵਿੱਚ ਚਰਚਾ ਹੈ ਕਿ ਗੈਂਗਸਟਰਾਂ ਨੂੰ ਪੁਲਿਸ ਜਾਣਬੁੱਝ ਕੇ ਖਤਮ ਕਰ ਰਹੀ ਹੈ। ਮਾਮਲਾ ਖਰੜ ਦੇ ਰਹਿਣ ਵਾਲੇ ਜੱਸੀ ਨਾਲ ਜੁੜਿਆ ਹੋਇਆ। ਉਹਨਾਂ ਦੀ ਪਤਨੀ ਤੇ ਕੇਸ ਪਾ ਕੇ ਪੁਲਿਸ ਨੇ ਅੰਦਰ ਕਰ ਦਿੱਤਾ ਸੀ, ਪਰ ਹੁਣ ਉਹਨਾਂ ਦੀ ਪਤਨੀ ਦੀ ਜ਼ਮਾਨਤ ਹੋ ਗਈ ਹੈ। ਜ਼ਮਾਨਤ ਕਰਵਾਉਣ ਵਾਲੇ ਵਕੀਲ GS ਘੁੰਮਣ ਸਾਡੇ ਨਾਲ ਨੇ। ਘੁੰਮਣ ਸਾਹਿਬ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਕੋਕਰ ਸਾਹਿਬ। ਹਾਂਜੀ ਘੁੰਮਣ ਸਾਹਿਬ, ਕੀ ਕਹਿਣਾ ਚਾਹੋਗੇ ਜਿਹੜੀ ਪੁਲਿਸ ਨੌਜਵਾਨਾਂ ਦੇ ਪਿੱਛੇ ਪਈ ਹੋਈ ਹੈ? ਪਹਿਲਾ ਸਵਾਲ ਤਾਂ ਮੇਰਾ ਇਹੀ ਹੈ ਤੁਹਾਨੂੰ ਕਿ ਉਹਨਾਂ ਨੂੰ ਗੈਂਗਸਟਰ ਪਹਿਲਾਂ ਹੀ ਕਿਹਾ ਜਾਂਦਾ ਹੈ, ਜਦ ਕਿ ਇਹ ਅਦਾਲਤਾਂ ਦਾ ਕੰਮ ਹੁੰਦਾ ਹੈ ਫੈਸਲੇ ਸੁਣਾਉਣੇ ਕਿ ਉਹ ਦੋਸ਼ੀ ਹੈ ਨਹੀਂ ਦੋਸ਼ੀ, ਜਾਂ ਉਹਨੇ ਕੀ ਕ੍ਰਾਈਮ ਕੀਤਾ, ਕਿੰਨੀ ਸਜ਼ਾ ਦਈਏ। ਪਹਿਲੀ ਨਾਂ ਗੈਂਗਸਟਰ ਦਾ ਦੇ ਦਿੱਤਾ ਜਾਂਦਾ ਹੈ ਤੇ ਨੌਜਵਾਨਾਂ ਤੇ ਕੇਸ ਪਾਏ ਜਾਂਦੇ ਨੇ। ਮਾਹੌਲ ਐਵੇਂ ਦਾ ਬਣਾ ਦਿੱਤਾ ਜਾਂਦਾ ਹੈ ਕਿ ਨੌਜਵਾਨਾਂ ਨੂੰ ਘਰੋਂ ਬੇਘਰ ਹੋਣਾ ਪੈਂਦਾ ਹੈ। ਗੈਂਗਸਟਰ ਪਹਿਲਾਂ ਕਹਿਣਾ ਕਿੱਥੋਂ ਤੱਕ ਜਾਇਜ਼ ਹੈ? ਦੇਖੋ, ਮੈਂ ਖੋਖਰ ਸਾਹਿਬ, ਚਲੋ ਤੁਹਾਡੇ ਮਾਧਿਅਮ ਰਾਹੀਂ ਹਨਾ ਅੱਜ ਮੌਕਾ ਮਿਲਿਆ ਮੈਨੂੰ ਆਪਣੀ ਗੱਲ ਰੱਖਣ ਦਾ, ਮੈਂ ਧੰਨਵਾਦ ਕਰਦਾ ਚੈਨਲ ਵਾਲਿਆਂ ਦਾ ਵੀ। ਦੇਖੋ, ਗੈਂਗਸਟਰ ਇਹ ਅਸਮਾਨ ਤੋਂ ਨਹੀਂ ਡਿੱਗੇ ਜੀ, ਨਾ ਕੋਈ ਪੈਰਾਸ਼ੂਟ ਰਾਹੀਂ ਇਹਨਾਂ ਦੀ ਐਂਟਰੀ ਹੋਈ ਹੈ। ਇਹ ਬੱਚੇ ਜਿਹੜੇ ਨੇ ਇਹਨਾਂ ਦੇ ਵਿੱਚ ਮੋਸਟਲੀ ਜਿਹੜੇ ਖੋਖਰ ਸਾਹਿਬ ਜਿਹੜੇ ਇਹ ਬੱਚੇ ਜਿਹੜੇ ਇਸ ਪਾਸੇ ਚਲੇ ਗਏ ਨੇ ਮੇਨ ਸਟ੍ਰੀਮ ਤੋਂ ਹਟ ਕੇ, ਇਹਨਾਂ ਦੇ ਵਿੱਚੋਂ 80% ਸਪੋਰਟਸਮੈਨ ਨੇ। ਉਹ ਭਾਵੇਂ ਆਪਾਂ ਵਿੱਕੀ ਗੌਂਡਰ ਦੀ ਗੱਲ ਕਰ ਲਈਏ, ਭਾਵੇਂ ਸ਼ੇਰੇ ਖੁੱਬਣ ਦੀ ਗੱਲ ਕਰ ਲਈਏ, ਭਾਵੇਂ ਉਹਨਾਂ ਦੇ ਵਿੱਚ ਇਹ ਹੁਣ ਜਿਹੜਾ ਜੈਪਲ ਭੁੱਲਰ ਸੀਗਾ, ਇਹ ਵੀ ਹੈਮਰ ਦਾ ਮੈਨੂੰ ਪਤਾ ਲੱਗਾ ਚੰਗਾ ਖਿਡਾਰੀ ਸੀਗਾ। ਇੱਦਾਂ ਹੀ ਜਿਹੜਾ ਜੱਸੀ ਖਰੜ ਹੈ, ਜੱਸੀ ਖਰੜ ਦਾ ਵੀ ਕਬੱਡੀ ਨਾਲ ਰਿਲੇਟਡ ਸੀਗਾ। ਸੋ ਹੁੰਦਾ ਕੀ ਹੈ ਬੇਸਿਕਲੀ, 1 ਕੇਸ 2 ਕੇਸ 3 ਕੇਸ, ਉਸ ਤੋਂ ਬਾਅਦ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਹੌਲੀ ਹੌਲੀ ਭਗੌੜਾ ਹੋ ਜਾਂਦਾ ਹੈ
ਤੇ ਫਿਰ ਹੁੰਦਾ ਕੀ ਹੈ, ਹੂੰ, ਅਗਲੇ ਕੇਸਾਂ ਦੇ ਵਿੱਚ ਉਹ ਹੈ ਕਿ ਨਹੀਂ ਹੈ, ਪਰ ਉਹਦਾ ਨਾਮ ਜਿਹੜਾ ਪਲਾਂਟ ਕਰ ਦਿੱਤਾ ਜਾਂਦਾ ਹੈ। ਉਹ ਹੌਲੀ ਹੌਲੀ ਖੋਖਰ ਬਿਲਕੁਲ ਸਾਹਿਬ ਹੁੰਦਾ ਕੀ ਹੈ, ਜਦੋਂ 10 15 20 ਮੁਕੱਦਮੇ ਹੋ ਜਾਂਦੇ ਨੇ ਤਾਂ ਉਹਨਾਂ ਦੇ ਮਨ 'ਚ ਇੱਕ ਹੂੰ, ਚੀਜ਼ ਆ ਜਾਂਦੀ ਹੈ ਕਿ ਜੇਕਰ ਅਸੀਂ ਸਰੈਂਡਰ ਵੀ ਕਰਦੇ ਹਾਂ ਤਾਂ ਸਾਡੀ ਤਾਂ ਸਾਰੀ ਉਮਰ ਜਿਹੜੀ ਉਹ ਜੇਲ੍ਹਾਂ 'ਚ ਚਲੀ ਜਾਊਗੀ। ਸੋ ਬਿਲਕੁਲ ਇਹਦੇ ਪਿੱਛੇ ਇੱਕ ਰੀਜ਼ਨ ਕੀ ਹੈ, ਬੀਇੰਗ ਏ ਐਡਵੋਕੇਟ ਮੈਂ ਦੱਸਣ ਦਾ ਫਰਜ਼ ਬਣ ਵੀ ਇਹਦਾ ਰੀਜ਼ਨ ਕੀ ਹੈ। ਦੇਖੋ, ਸਟੇਟ ਦੇ ਵਿੱਚ ਜਿਹੜੀ ਬਹੁਤ ਇੱਕ ਇੰਪੋਰਟੈਂਟ ਚੀਜ਼ ਹੈ ਉਹ ਸਾਡੇ ਹੈ ਅਨਇੰਪਲੋਇਮੈਂਟ ਦੀ। ਨੋ ਬਿਲਕੁਲ ਗਰੰਟੀ ਹੈ ਵਿਦ ਰਿਗਾਰਡ ਟੂ ਦੀ ਜੌਬਸ। ਬੱਚੇ ਪੜ੍ਹ ਲਿਖ ਲੈਂਦੇ ਨੇ, ਉਹਨਾਂ ਨੂੰ ਕਿਉਂਕਿ ਜਿਹੜੀਆਂ ਜੌਬਸ ਨੇ ਉਹ ਸਟੇਟ ਵੱਲੋਂ ਕੋਈ ਗਰੰਟੀ, ਮਿਨੀਮਮ ਗਰੰਟੀ ਕੁਝ ਵੀ ਨਹੀਂ ਹੈ, ਤਾਂ ਉਹ ਅਲਟੀਮੇਟਲੀ ਕੀ ਹੈ ਹੂੰ, ਕਿ ਉਹਨਾਂ ਨੂੰ ਅਟਰੈਕਟ ਕਰਦੀਆਂ ਨੇ ਕਿ ਚੀਜ਼ਾਂ, ਜਿੱਦਾਂ ਛੋਟੇ ਬੱਚੇ ਨੇ ਉਹਨਾਂ ਨੂੰ ਅਸੀਂ ਕੀ ਦੇਖਦੇ ਹਾਂ ਹੂੰ, ਕਿ ਉਹਨਾਂ ਨੂੰ ਗੱਡੀਆਂ, ਜਿਹੜੇ ਵੈਪਨਸ ਹੂੰ, ਨੇ, ਔਰ ਸਾਡੇ ਇਹਦੇ ਵਿੱਚ ਮੈਂ ਥੋੜਾ ਜਿਹਾ ਸਿੰਗਰਸ ਨੂੰ ਵੀ ਲਾਉਂਗਾ ਪੰਜਾਬ ਦੇ ਵਿੱਚ, ਜਿਹੜਾ ਇੱਕ ਕਲਚਰ ਅਡਾਪਟ ਕਰ ਲਿਆ ਹੈ, ਉਹ ਇਹ ਹੈ ਕਿ ਗਨ ਕਲਚਰ ਨੂੰ ਪ੍ਰਮੋਟ ਕਰਦੇ ਨੇ, ਹਨਾ। ਇਹ ਨਹੀਂ ਮੈਂ 1 2 3 ਸਿੰਗਰ ਬਿਲਕੁਲ ਨਹੀਂ, ਤਕਰੀਬਨ ਗਾਣਿਆਂ 'ਚ ਅਸੀਂ ਦੇਖਦੇ ਹਾਂ ਵੀ ਗਨਜ਼ ਨੂੰ ਪ੍ਰਮੋਟ ਕੀਤਾ ਜਾਂਦਾ ਹੈ। ਉਹ ਹੌਲੀ ਹੌਲੀ ਬੱਚਿਆਂ ਨੂੰ ਉਹ ਚੀਜ਼ ਅਟਰੈਕਟ ਕਰਦੀ ਹੈ, ਤਾਂ ਉਹ ਹੌਲੀ ਹੌਲੀ ਜਿਹੜਾ ਤੁਸੀਂ ਇਹ ਕਹਿ ਲਓ ਕਿ ਹਥਿਆਰ ਵੱਲ ਨੂੰ ਜਾਣ ਲੱਗ ਪੈਂਦੇ ਨੇ। ਸੋ ਜਿੱਦਾਂ ਆਪਾਂ ਅਗਲੇ ਮੁੱਦੇ ਤੇ ਬਾਅਦ ਜਾਵਾਂਗੇ ਕੋਕਰ ਸਾਹਿਬ, ਮੇਰਾ ਫਰਜ਼ ਬਣਦਾ ਵੀ ਆਪਾਂ ਥੋੜਾ ਜਿਹਾ ਕਲੈਰੀਫਾਈ ਕਰ ਲਈਏ। ਜਿੱਦਾਂ ਪੰਜਾਬ ਦੇ ਵਿੱਚ ਇੱਕ ਡਰੱਗ ਮਾਫੀਆ ਚੱਲਦਾ ਸੀ, ਜਾਂ ਡਰੱਗ ਵਾਲੇ ਬੰਦੇ, ਆਪਾਂ ਨੂੰ ਕਿਹਾ ਗਿਆ ਕਿ ਪੰਜਾਬੀ ਜਿਹੜੇ ਨੇ ਜ਼ਿਆਦਾ ਅਡਿਕਟਡ ਹੋ ਚੁੱਕੇ ਨੇ, ਪਰ ਸਰ ਮੈਂ ਇੱਥੇ ਕਹੂੰਗਾ ਉਹਦੇ ਲਈ ਸਰਕਾਰ ਨੇ ਐਕਸ਼ਨ ਲਿਆ, ਉਹਦੇ ਲਈ ਰੀਹੈਬਿਟੇਸ਼ਨ ਸੈਂਟਰ ਬਣਾਏ, ਸਭ ਕੁਝ ਕੀਤਾ। ਸੋ ਇਹ ਵੀ ਜਿਹੜਾ ਜਿੱਦਾਂ ਪਹਿਲਾਂ ਨਾਮ ਟੈਰਰਿਸਟ ਦਾ ਸੀ ਨਾ, ਟੈਰਰਿਜ਼ਮ ਰਿਹਾ ਪੰਜਾਬ 'ਚ, ਆਪਣੀ ਸਟੇਟ ਨੇ ਲੰਮਾ ਸਮਾਂ ਹੰਢਾਇਆ, ਤਾਂ ਉਦੋਂ ਵੀ ਪਤਾ ਲੱਗਦਾ ਸੀ ਕਿ ਐਨਕਾਊਂਟਰ ਹੋ ਗਿਆ, ਇਹ ਚੀਜ਼ਾਂ ਕਾਮਨ ਸੀਗੀਆਂ। ਇਹ ਹੁਣ ਜਿਹੜਾ ਗੈਂਗਸਟਰ ਵਰਡ ਆ ਗਿਆ ਨਾ, ਇਹ ਕੋਈ ਬੜਾ ਪੁਰਾਣਾ ਨਹੀਂ, ਇਹ ਬਾਹਰਲੀਆਂ ਸਟੇਟਾਂ 'ਚ ਸੁਣੀਦਾ ਸੀ, ਮਹਾਰਾਸ਼ਟਰ, ਯੂਪੀ, ਵੀ ਇਹ ਸਟੇਟਾਂ ਦੇ ਵਿੱਚ ਗੈਂਗਸਟਰ ਨੇ ਜੀ, ਇਹਨਾਂ ਦੇ 55 ਕੇਸਿਸ ਨੇ, ਪਰ ਹੁਣ ਇਹ ਵਰਡ ਜਿਹੜਾ ਹੈ ਇਹ ਕਾਮਨ ਹੋ ਚੁੱਕਿਆ ਆਪਣੀ ਸਟੇਟ 'ਚ। ਸੋ ਡੀਜੀਪੀ ਪੰਜਾਬ ਨੂੰ ਇਹ ਕੋਈ ਸ਼ਾਬਾਸ਼ ਮੈਨੂੰ ਨਹੀਂ ਲੱਗਦਾ ਵੀ ਹੋਵੇ ਵੀ 2 ਉੱਥੇ ਢੇਰ ਕਰਤੇ ਜੀ ਅਸੀਂ ਪੰਜਾਬ ਦੇ ਮੁੰਡੇ, 1 ਉੱਥੇ ਢੇਰ ਕਰਤਾ, ਉਹਦੇ ਨਾਲੋਂ ਬੈਟਰ ਹੈ ਵੀ ਆਪਾਂ ਇਹਦੇ ਬਾਰੇ ਸੀਐਮ ਪੰਜਾਬ ਨੂੰ ਵੀ ਕੁਝ ਨਾ ਕੁਝ ਸੋਚਣਾ ਪਊਗਾ ਕਿ ਆਪਾਂ ਇਹਦੇ ਵਿੱਚ ਕੀ ਸੁਧਾਰ ਲਿਆ ਸਕਦੇ ਹਾਂ, ਕਿ ਇਹਨਾਂ ਨੂੰ ਮੇਨ ਸਟ੍ਰੀਮ 'ਚ ਲੈ ਕੇ ਆਉਣ ਲਈ ਕੋਈ ਆਪਸ਼ਨ ਦਿੱਤੀ ਜਾ ਸਕਦੀ ਹੈ ਵੀ ਤੁਹਾਡੇ ਕੇਸਿਸ ਜਿਹੜੇ ਨੇ ਅਸੀਂ ਮੈਰਿਟ ਤੇ ਦੇਖਾਂਗੇ, ਕਿਉਂਕਿ 4-5 ਬਿਲਕੁਲ ਇਹ ਸਟੇਟ ਦਾ ਪਾਲਿਸੀ ਮੈਟਰ ਹੈ। ਬਿਲਕੁਲ ਘੁੰਮਣ ਸਾਹਿਬ, ਮੈਂ ਤੁਹਾਨੂੰ ਵਿੱਚੋਂ ਟੋਕ ਰਿਹਾ ਕਿ ਸਟੇਟ ਦਾ ਪਾਲਿਸੀ ਮੈਟਰ ਹੈ, ਪਾਲਿਸੀਆਂ ਅਜਿਹੀਆਂ ਬਣਾਈਆਂ ਜਾਣ ਕਿ ਮਾਹੌਲ ਪੰਜਾਬ ਦਾ ਨਾ ਵਿਗੜੇ। ਇਹ ਬਿਲਕੁਲ ਮੈਂ ਸਹਿਮਤ ਹਾਂ ਤੁਹਾਡੀ ਗੱਲ ਨਾਲ। ਪਰ ਹੁਣ ਸਵਾਲ ਇਹ ਹੈ ਕਿ ਜਿਹੜਾ ਤੁਸੀਂ ਜੱਸੀ ਖਰੜ ਦੀ ਪਤਨੀ ਦੀ ਜਿਹੜੀ ਬੇਲ ਕਰਾਈ, ਉਹ ਤੁਸੀਂ ਕੀ ਦਲੀਲਾਂ ਦਿੱਤੀਆਂ ਸੈਸ਼ਨ ਕੋਰਟ ਮੋਹਾਲੀ ਦੇ ਵਿੱਚ, ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਦੇਖੋ ਭਾਜੀ, ਮੈਂ ਕਹੂੰਗਾ ਕੋਕਰ ਸਾਹਿਬ ਵੀ ਬੜਾ ਅਸਟੋਨਿਸ਼ਡ ਫੈਕਟ ਇਹ ਸੀ ਕਿ 15/5/2021 ਨੂੰ ਇੱਕ ਮੁੱਠਭੇੜ ਹੁੰਦੀ ਹੈ ਜਗਰਾਉਂ ਵਿਖੇ, ਜਿੱਥੇ 2 SIs ਦਾ ਮਰਡਰ ਹੁੰਦਾ ਹੈ, ਕਤਲ ਹੁੰਦਾ ਹੈ, ਔਰ ਇਹ ਕਹਿ ਦਿੱਤਾ ਗਿਆ ਵੀ ਜੈਪਾਲ ਭੁੱਲਰ ਤੇ ਉਹਦੇ ਸਾਥੀਆਂ ਵੱਲੋਂ। ਕਿਉਂਕਿ ਦੇਖੋ, ਮੈਂ ਇਹ ਚੀਜ਼ ਕਹੂੰਗਾ ਕਿ ਹਜੇ ਤੱਕ ਉਹ ਅਰੈਸਟਡ ਨਹੀਂ ਸਨ। ਜੇ ਤਾਂ ਅਰੈਸਟ ਹੋ ਕੇ ਡਿਸਕਲੋਜ਼ਰ ਦਿੰਦੇ ਵੀ ਹਾਂ ਅਸੀਂ ਕੀਤਾ ਹੈ, ਤਾਂ ਫਿਰ ਉਹ ਗੱਲ ਅੱਡ ਸੀ। ਚਲੋ, ਉਹ ਮੁੱਦਾ ਬੜਾ ਲੰਬਾ ਹੋ ਜਾਊਗਾ। 15/5 ਨੂੰ ਅਸੀਂ ਵੀ ਨਿਊਜ਼ਪੇਪਰ 'ਚ ਦੇਖਦੇ ਹਾਂ ਵੀ 2 SIs ਦਾ, ਉਹਨੂੰ ਅਸੀਂ ਕੰਡੈਮ ਕਰਦੇ ਹਾਂ, ਨਿਖੇਧੀ ਕਰਦੇ ਹਾਂ, ਉਹ ਗਲਤ ਹੋਇਆ। ਬਟ ਸਰ ਉਸੇ ਸ਼ਾਮ ਨੂੰ 15/5 ਨੂੰ ਰਾਤ ਨੂੰ 12:30 ਵਜੇ, 11:15 ਵਜੇ ਪੁਲਿਸ ਇੱਕ ਫਟਾਫਟ ਪਰਚਾ ਰਜਿਸਟਰਡ ਕਰਦੀ ਏ, ਧਾਰਾ 212 ਤੇ 216 ਦੇ ਵਿੱਚ। 212 216 ਕੀ ਏ, ਪਨਾਹ ਦੇਣ ਬਾਰੇ ਹੈ, ਵੀ ਜੇਕਰ ਆਪਾਂ ਕਿਸੇ ਨੂੰ ਪਨਾਹ ਦਿੰਦੇ ਆ। ਸਰ ਉਹ ਇੱਕ ਵੱਡਾ ਪੁਆਇੰਟ ਦੱਸੂਗਾ, ਇੱਕ ਜਸਪ੍ਰੀਤ ਜੱਸੀ ਨਾਂ ਦੀ ਇੱਕ ਵਾਰਦਾਤ ਹੁੰਦੀ ਹੈ ਜਨਵਰੀ 2021 ਚ, 307 365 ਦਾ ਪਰਚਾ ਦਿੰਦੀ ਹੈ ਸਵਾਣਾ ਪੁਲਿਸ। ਜਨਵਰੀ ਮਹੀਨੇ ਤੋਂ ਲੈ ਕੇ ਮਈ ਤੱਕ ਪਹੁੰਚਦੇ 4-5 ਮਹੀਨੇ ਬੀਤ ਕੇ ਇਹਨਾਂ ਨੂੰ ਯਾਦ ਨਹੀਂ ਆਈ ਵੀ ਉਹਦੀ ਵਾਈਫ ਨੂੰ ਆਪਾਂ 212 216 ਦੇ ਵਿੱਚ ਲੈਣਾ। ਉਸੇ ਸ਼ਾਮ ਹੀ ਕਿਉਂ ਚੁਣਿਆ ਗਿਆ 5 ਮਹੀਨਿਆਂ ਬਾਅਦ? ਔਰ ਇੱਥੇ ਹੀ ਬਸ ਨਹੀਂ ਹੁੰਦੀ, ਇਹ IPC ਦੀ ਧਾਰਾ ਵੀ ਨਹੀਂ ਦੇਖਦੇ ਵੀ ਇਹਦੇ ਵਿੱਚ ਹਸਬੈਂਡ ਤੇ ਵਾਈਫ ਨੂੰ ਆਪਾਂ ਨਹੀਂ ਲੈ ਸਕਦੇ। 212 216 ਦੇ ਵਿੱਚ ਪਹਿਲੀ ਗੱਲ ਤਾਂ ਅਵੇਲੇਬਲ ਹੈ। ਦੂਜੀ ਗੱਲ, ਜਿਹੜਾ ਅਫੈਂਸ ਹੈ ਇਹਦੇ ਵਿੱਚ ਵਾਈਫ ਨੂੰ ਅਸੀਂ ਲੈ ਹੀ ਨਹੀਂ ਸਕਦੇ, ਕਿਉਂਕਿ ਅਸੀਂ ਸ਼ੈਲਟਰ ਜਿਹੜਾ ਪ੍ਰੋਵਾਈਡ ਕਰਨਾ ਹੈ, ਜਾਂ ਪਨਾਹ ਹੈ ਜਿਹੜਾ ਤੁਸੀਂ ਬੈੱਡ ਦੇਣਾ, ਉਹਨੂੰ ਖਾਣਾ ਦੇਣਾ, ਉਹਨੂੰ ਫੂਡ ਦੇਣਾ, ਗੱਡੀ ਪ੍ਰੋਵਾਈਡ ਕਰਨੀ ਹੈ, ਉਹਦੇ ਚ ਥੱਲੇ ਆ ਕੇ ਐਕਸੈਪਸ਼ਨ ਹੈ IPC ਦੇ ਵਿੱਚ ਵੀ ਹਸਬੈਂਡ ਤੇ ਵਾਈਫ ਤੇ ਲਾਗੂ ਨਹੀਂ ਹੋਊਗੀ। ਕਾਲੀ ਚੋਹ ਦੇ ਲਿਆ 12:30 ਵਜੇ ਇੱਥੇ ਹੀ ਨਹੀਂ, ਉਹਦਾ ਤਾਂ ਡਿਊਟੀ ਬਣਦੀ ਹੈ ਪਤੀ ਪਤਨੀ ਦੀ। ਜੇ ਹੈਲਪ ਨਹੀਂ ਕਰੂਗਾ ਪਤੀ ਜਾਂ ਪਤਨੀ ਇੱਕ ਦੂਜੇ ਦੀ, ਫਿਰ ਕੌਣ ਕਰੇਗਾ? ਇਹ ਵੀ ਸਵਾਲ ਹੈ ਸਰ। ਉਹਦੇ ਵਿੱਚ ਕੀ ਹੈ, ਦੇਖੋ, ਪਤਨੀ ਨੂੰ ਇਹ ਨਹੀਂ ਪਤਾ ਕਿ ਬੰਦਾ ਮੇਰਾ ਸਵੇਰ ਦਾ ਘਰੋਂ ਗਿਆ ਤੇ ਉਹ
ਕਿ ਉਹ ਕੰਮ ਕਰਕੇ ਆਇਆ, ਕਿ ਉਹ ਚੰਗਾ ਕਰਕੇ ਆਇਆ ਕਿ ਮਾੜਾ ਕਰਕੇ ਆਇਆ। ਸੋ ਬਿਲਕੁਲ ਇਸ ਕੇਸ ਦੇ ਵਿੱਚ ਇੰਡੀਅਨ ਪੈਨਲ ਕੋਡ ਦੇ ਵਿੱਚ ਇੱਕ ਥੱਲੇ ਸੈਕਸ਼ਨ, ਜਿੱਥੇ ਸੈਕਸ਼ਨ ਇਨਗਰੀਡੀਐਂਟਸ ਲਿਖੇ ਨੇ ਨਾ ਭਾਜੀ, ਡੈਫੀਨੇਸ਼ਨ ਹੈ, ਉਹਦੇ ਥੱਲੇ ਹਾਂਜੀ ਪਨਿਸ਼ਮੈਂਟ ਤੋਂ ਬਾਅਦ ਇਹ ਵੀ ਲਿਖ ਦਿੱਤਾ ਗਿਆ ਹੈ ਵੀ ਇਹ ਕਾਨੂੰਨ ਹਸਬੈਂਡ ਤੇ ਵਾਈਫ ਦੇ ਕੇਸ ਦੇ ਵਿੱਚ ਲਾਗੂ ਨਹੀਂ ਹੋਊਗਾ। ਸੋ ਕਾਹਲੀ ਸੀ, ਬਿਲਕੁਲ ਇਹਨਾਂ ਨੇ ਕਰ ਲਿਆ। ਉਸ ਤੋਂ ਬਾਅਦ ਇੱਥੇ ਹੀ ਨਹੀਂ ਹਟੇ, 12:30 ਵਜੇ ਜਾ ਕੇ ਉਸ ਕੁੜੀ ਨੂੰ, ਲਵਪ੍ਰੀਤ ਜਿਹੜੀ ਵਾਈਫ ਇਹਦੇ ਸਹੁਰੇ ਘਰ ਜੱਸੀ ਦੇ ਜਾਂਦੀ ਹੈ ਪੁਲਿਸ, ਜਾ ਕੇ ਅਰੈਸਟ ਕਰਦੀ ਹੈ। 1:05 ਤੇ ਉਹਨਾਂ ਨੇ ਮਿੰਨਤਾਂ ਕੀਤੀਆਂ। ਉਹਦਾ ਲਵਪ੍ਰੀਤ ਦਾ ਸਰ ਕੋਈ ਬ੍ਰਦਰ ਨਹੀਂ, 3 ਸਿਸਟਰ ਨੇ, ਇੱਕ ਕੈਨੇਡਾ ਤੇ ਇੱਕ ਛੋਟੀ ਹੈ ਜਮੇਕਾ ਚ +1 +2। ਮਾਤਾ ਜਿਹੜੀ ਸੀ ਘਰੇ, ਫਾਦਰ ਪਹਿਲੇ ਡਿਪਰੈਸ਼ਨ ਕਰਕੇ, ਉਹਨੂੰ ਹਾਰਟ ਦੀ ਪ੍ਰੋਬਲਮ ਹੈ, ਉਹ ਤਾਂ ਉੱਠ ਹੀ ਨਹੀਂ ਸਕਿਆ, ਡਰ ਗਿਆ। ਇੱਥੇ ਕੋਕਰ ਸਾਹਿਬ ਮੈਂ ਹੋਰ ਚੀਜ਼ ਦੱਸੂਗਾ, ਇੱਕ ਚੀਜ਼ ਮੇਰੀ ਅੱਖਾਂ ਦੇ ਸਾਹਮਣੇ ਕੀ ਆਈ। ਆਪਣੇ ਪਿੰਡਾਂ ਦੇ ਵਿੱਚ ਪੰਜਾਬ ਚ ਕੀ ਸੀ, ਪਿੰਡ ਦੀ ਧੀ ਨੂੰ ਅਸੀਂ ਇੱਜ਼ਤ ਮੰਨਦੇ ਸੀਗੇ। ਪਿੰਡ ਦੇ ਵਿੱਚੋਂ ਤੁਸੀਂ ਇਹ ਦੇਖੋ ਵੀ ਉਹਨਾਂ ਦੀ ਹੈਲਪ ਕਰਨ ਲਈ ਐਟਲੀਸਟ 4 ਬੰਦੇ ਆਉਂਦੇ, ਉਹ ਪੁੱਛ ਤਾਂ ਲੈਂਦੇ ਆ ਕੇ। ਕਿਸੇ ਨੇ ਸਰ ਖਾਕੀ ਦਾ ਇੰਨਾ ਡਰ ਹੈ ਕਿ ਪਿੰਡ 'ਚ ਇੱਕ ਵੀ ਕਹਿੰਦੇ ਬੰਦਾ ਚੌਂਕੀਦਾਰ ਤੱਕ ਨਹੀਂ ਆਇਆ ਜਿਹਨੇ ਆ ਕੇ ਇਹ ਪੁੱਛਿਆ ਹੋਵੇ ਵੀ ਕਿਹੜੇ ਕੇਸ 'ਚ ਤੁਸੀਂ ਲੈ ਚੱਲੇ। ਸੋ ਅੱਗੇ ਅਸੀਂ ਪਿੰਡਾਂ ਵਾਲੇ ਪਿੰਡ ਦੀ ਧੀ ਨੂੰ ਖਾਸ ਤੌਰ ਤੇ ਇੱਜ਼ਤ ਮੰਨਦੇ ਸੀ ਵੀ ਆਪਣੀ ਇੱਜ਼ਤ ਹੈ ਪਿੰਡ ਦੀ। ਸੋ ਇਸ ਤੋਂ ਇਲਾਵਾ ਕੀ ਹੁੰਦਾ ਹੈ, 15-16 ਦੀ ਇੰਟਰਮੀਨਿੰਗ ਨਾਈਟ ਨੂੰ ਚੱਕਦੇ ਨੇ ਔਰ ਕਹਿੰਦੇ ਨੇ ਵੀ 4 ਵਜੇ ਸਵੇਰੇ ਅਸੀਂ ਛੱਡ ਦਾਂਗੇ। ਸਰ 17, 18, 19 ਇਲੀਗਲ ਕਸਟਡੀ 'ਚ ਰੱਖਿਆ ਜਾਂਦਾ। ਕਾਨੂੰਨ ਕੀ ਕਹਿੰਦਾ ਹੈ ਕਿ ਜੇਕਰ ਤੁਸੀਂ ਕਿਸੇ ਦੀ ਅਰੈਸਟ ਕਰਨੀ ਹੈ ਤਾਂ ਤੁਸੀਂ 24 ਘੰਟਿਆਂ ਦੇ ਵਿੱਚ ਉਹਨੂੰ ਮੈਜਿਸਟ੍ਰੇਟ ਦੇ ਸਾਹਮਣੇ ਤੁਸੀਂ ਪੇਸ਼ ਕਰਨਾ। ਸੋ ਅੱਗੇ ਕੀ ਹੈ ਕਿ 6-6 ਘੰਟਿਆਂ ਦੇ ਮੈਡੀਕਲ ਕਰਾਉਣੇ ਨੇ। ਖੋਖਰ ਸਾਹਿਬ ਨਾ ਇਹਨਾਂ ਨੇ 24 ਘੰਟੇ, ਦੇਖੋ ਜਿਹੜੀ ਇੰਡੀਅਨ ਪੈਨਲ ਕੋਡ ਹੈ CRPC, ਉਹਦੇ 'ਚ ਪ੍ਰੋਸੀਜਰ ਦਿੱਤਾ ਹੋਇਆ ਹੈ, ਉਹਦੇ ਮੁਤਾਬਕ ਤੁਸੀਂ ਜੋ ਕਾਨੂੰਨ ਦੱਸ ਰਿਹਾ ਉਹਦੇ ਮੁਤਾਬਕ ਹੀ ਪੁਲਿਸ ਨੇ ਚੱਲਣਾ ਹੈ, ਉਹਦੇ ਮੁਤਾਬਕ ਹੀ ਸਾਡੇ ਜੱਜ ਸਾਹਿਬਾਨ ਨੇ ਚੱਲਣਾ ਹੈ, ਉਹਦੇ ਮੁਤਾਬਕ ਹੀ ਅਸੀਂ ਵਕੀਲਾਂ ਵੱਲੋਂ ਪਟੀਸ਼ਨਸ ਜਾਂਦੀਆਂ ਨੇ। ਅਸੀਂ ਬਾਉਂਡਰੀ ਕਿਸੇ ਨੇ ਕ੍ਰੋਸ ਨਹੀਂ ਕਰਨੀ। ਪਰ ਇਹਨਾਂ ਨੇ ਰੂਲ ਬੁੱਕ ਜਿਹਨੂੰ ਕਹਿੰਦੇ ਨੇ ਵੀ ਵਿੰਡੋ 'ਚ ਸੁੱਟਤੀ। ਠੀਕ ਹੈ, ਫਿਰ ਸਰ 19 ਨੂੰ ਅਸੀਂ ਪੇਸ਼ ਹੁੰਨੇ ਆ ਖੋਖਰ ਸਾਹਿਬ, 19 ਨੂੰ ਇਹ ਰਿਮਾਂਡ ਮੰਗਦੇ ਨੇ ਔਰ ਇੱਕ ਨਵਾਂ ਵਾਅਦਾ ਕੀ ਕਰਕੇ ਲੈ ਕੇ ਆਉਂਦੇ ਨੇ ਵੀ 420, 21, 420, 67, 71 ਦਾ ਜੀ ਵੀ ਇਹਨਾਂ ਨੇ ਠੱਗੀ ਲਾਈ ਹੈ। ਹੁਣ ਜਿਹੜਾ ਤਾਂ ਪਹਿਲਾਂ ਖੋਖਰ ਸਾਹਿਬ ਇੰਟਰਸਟਿੰਗ ਪੁਆਇੰਟ ਕੀ ਹੈ, ਜੇ ਆਪਾਂ ਵਰਜ਼ਨ ਆਫ FIR ਪੜ੍ਹਦੇ ਆ ਨਾ, ਉਹਦੇ 'ਚ ਰੈਫਰੈਂਸ ਪਾਇਆ ਮੁਕੱਦਮਾ ਨੰਬਰ 4-307 ਵਗੈਰਾ ਦੇ ਕੇਸ ਦਾ, ਵੀ ਉਹਦੇ 'ਚ ਇਹਨੂੰ ਪਨਾਹ ਦਿੰਦੀ ਸੀ। ਹੁਣ ਜੱਸੀ ਦੇ ਕੇਸ ਦਾ 4 ਦਿਨ ਦੇਖ ਲਿਆ ਵੀ ਨਾ ਤੇ ਉਹਨੇ ਫੋਨ ਕੋ ਆਇਆ ਹੈ, ਨਾ ਇਹਦਾ ਕੋਈ ਸੰਪਰਕ ਹੈ, ਨਾ ਇਹਦਾ ਕੋਈ ਉਹਦੇ ਨਾਲ ਕੋਈ ਹੁਣ ਕਨੈਕਸ਼ਨ ਹੈ ਵੀ ਜਿਹਦੇ 'ਚ ਇਹ ਉਹਨੂੰ ਹੈਲਪ ਕਰਦੀ ਹੋਵੇ, ਕੁਛ ਨਹੀਂ ਲੱਭਿਆ। ਹੁਣ ਮਨ 'ਚ ਕਿਤੇ ਨਾ ਕਿਤੇ ਆਇਆ ਵੀ ਵਕੀਲ ਨੇ ਕਿਤੇ ਹੈਬਸ ਕਾਰਪਸ ਪਾ ਦੇਣਗੇ, ਰਿਟ ਪਾ ਦੇਣਗੇ, ਸਾਨੂੰ ਜਵਾਬ ਦੇਣਾ ਔਖਾ ਹੋ ਜਾਊਗਾ ਵੀ ਹੁਣ ਇਹਨੂੰ ਏਦਾਂ ਨਹੀਂ ਆਪਾਂ ਰਿਲੀਜ਼ ਕਰਨਾ, ਇਹਦੇ ਤੇ ਕੋਈ ਨਾ ਕੋਈ ਜਿੱਦਾਂ ਕਹਿੰਦੇ ਨੇ ਪਲਾਂਟ ਕਰ ਦਿਓ। ਸੋ ਅਸੀਂ ਉੱਥੇ ਅਪੋਜ਼ ਕੀਤਾ, ਗੱਡ ਕੇ ਅਪੋਜ਼ ਕੀਤਾ ਸੀ ਮੈਂ ਉਸ ਦਿਨ ਵੀ ਇਹ ਕੁੜੀ ਦਾ ਕੋਈ ਇੱਕ ਪਰਚਾ ਸਾਬਤ ਕਰ ਦਿਓ, ਤੁਸੀਂ ਕੋਈ ਕਨੈਕਸ਼ਨ ਜੱਸੀ ਨਾਲ ਦਿਖਾ ਦਿਓ, ਜਿਸ ਦਿਨ ASI ਮਰੇ ਨੇ ਉਹਦੇ ਨਾਲ ਦਿਖਾ ਦਿਓ। ਪਰ ਨਹੀਂ, ਅਲਟੀਮੇਟਲੀ ਚਲੋ ਐਨੀ ਹਾਊ ਮੈਂ ਮਾਨਯੋਗ ਕੋਰਟ ਤੇ ਜੋ ਫੈਸਲਾ ਹੁੰਦਾ ਉਹਦੇ ਤੇ ਅਸੀਂ ਕੋਈ ਟਿੱਪਣੀ ਨਹੀਂ ਕਰਨੀ। 5 ਦਿਨ ਦਾ ਰਿਮਾਂਡ ਉੱਥੋਂ ਲੈ ਗਏ। ਉਸ ਤੋਂ ਬਾਅਦ ਇੱਕ ਮਿੰਟ ਸਾਹਿਬ ਇਹ ਵੀ ਦੱਸ ਦਿਓ ਵੀ ਉਹ ਲੜਕੀ ਨੂੰ, ਲਵਪ੍ਰੀਤ ਨੂੰ, ਉਹਦੇ ਪੇਕੇ ਘਰੋਂ ਗ੍ਰਿਫਤਾਰ ਕੀਤਾ ਜਾਂ ਸਹੁਰੇ ਘਰੋਂ? ਨਹੀਂ ਸਰ, ਪੇਕੇ ਘਰੋਂ ਬਧੇਸ ਕਲਾਂ ਫਤਿਹਗੜ੍ਹ ਸਾਹਿਬ ਕਮਾਣੂ, ਉੱਥੇ 20 ਤੋਂ 25 ਮੁਲਾਜ਼ਮ ਗਏ ਨੇ। 15-16 ਦੀ ਰਾਤ ਨੂੰ ਸੇਮ ਨਾਈਟ ਜਿੱਦਣ ASI ਦਾ ਉੱਥੇ ਜਗਰਾਉਂ ਵਿਖੇ ਕਤਲ ਹੁੰਦਾ ਹੈ। ਦੇਖੋ ਵੱਡੀ ਗੱਲ ਇਹ ਹੈ, ਹੀਨੀਅਸ ਕ੍ਰਾਈਮ ਦੇਖੋ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ ਕਿ ਸਨਸੈਟ ਤੇ ਸਨਰਾਈਜ਼ ਦੇ ਵਿਚਲਾ ਟਾਈਮ ਤੁਸੀਂ ਜਦੋਂ ਜਾਣਾ ਹੈ, ਜਾਂ ਤਾਂ ਵਾਰੰਟ ਲੈ ਕੇ ਜਾਓਗੇ, ਸਰਚ ਵਾਰੰਟ ਲੈ ਕੇ ਜਾਓਗੇ, ਤੁਸੀਂ ਉਹਦੇ ਵਾਰੰਟ ਅਰੈਸਟ ਦੇ ਲੈ ਕੇ ਜਾਓਗੇ, ਪਰ ਇਹ ਤਾਂ ਬਿਲਕੁਲ ਹੀ ਇਲੀਗਲ ਮੈਥਡ ਜਿਹੜਾ ਹੈ ਉਹ ਅਡਾਪਟ ਕੀਤਾ ਗਿਆ ਹੈ। ਸੋ ਇਸ ਤੋਂ ਬਾਅਦ ਅੱਗੇ ਕੀ ਹੁੰਦਾ, 19 ਤਰੀਕ ਨੂੰ ਜਦੋਂ ਲੜਕੀ ਸਾਨੂੰ ਮਿਲਦੀ ਹੈ ਤੇ ਮੈਨੂੰ, ਮੈਂ ਦੇਖਿਆ ਲੜਕੀ ਨੂੰ ਵੀ ਲੜਕੀ 2 ਮਿੰਟ ਲਈ ਵੀ ਚੁੱਪ ਨਹੀਂ ਕਰ ਰਹੀ, ਉਹਦੇ ਅਥਰੂ ਤੇ ਅਥਰੂ। ਮੈਂ ਬੜਾ ਉਹਨੂੰ ਸਮਝਾਇਆ, ਮੈਂ ਕਿਹਾ ਬੇਟੇ ਅਸੀਂ ਆ ਗਏ, ਤੂੰ ਫਿਕਰ ਨਾ ਕਰ, ਹੁਣ ਤੇਰੇ ਵਕੀਲ ਆ ਗਏ, ਤੇਰੇ ਨਾਲ ਬਿਲਕੁਲ ਜਸਟਿਸ ਹੋਊਗਾ। ਉਹ 1 ਮਿੰਟ ਨਹੀਂ, ਮੈਂ ਕਿਹਾ ਵੀ ਤੂੰ ਰੋ ਕਿਉਂ ਰਹੀ ਹੈ, ਟੈਨਸ਼ਨ ਜਿਵੇਂ ਸਹਿਮਿਆ ਹੁੰਦਾ। ਮੈਨੂੰ ਕਹਿੰਦੀ ਵੀਰੇ ਮੈਨੂੰ ਇਹਨਾਂ ਨੇ ਕੰਨਾਂ ਪਿੱਛੇ ਕਰੰਟ ਵੀ ਲਾਏ ਨੇ ਔਰ ਮੈਨੂੰ ਜਿੰਨਾ ਜਲੀਲ ਕਰ ਸਕਦੇ ਸੀ 4 ਦਿਨ ਇਹਨਾਂ ਨੇ ਉਹ ਕੀਤਾ। ਚਲੋ ਮੈਂ ਕਿਉਂਕਿ ਉਦੋਂ ਪੁਲਿਸ ਵੀ ਸਾਡੀ ਨਾਲ ਸੀਗੀ, ਕਿਉਂਕਿ ਉਹਨਾਂ ਨੇ ਹੱਥ ਫੜੇ ਸੀਗੇ, ਤਾਂ ਉਦੋਂ ਅਸੀਂ ਬੜਾ ਮੌਕਾ ਸਾਨੂੰ ਨਹੀਂ ਮਿਲਿਆ। ਸੋ ਅਸੀਂ ਕੋਰਟ ਦੇ ਵਿੱਚ ਮੈਂ ਸਾਰਾ ਰੱਖਿਆ, ਪਰ ਚਲੋ ਮਾਣਯੋਗ ਕਿਉਂਕਿ ਇਹਨਾਂ ਨੇ ਕਿਹਾ ਜੀ ਅਸੀਂ ਕਨੈਕਸ਼ਨ ਦੇਖਣੇ ਨੇ ਇਹਨਾਂ ਦੇ ਆਸਟ੍ਰੇਲੀਆ ਤੱਕ, ਵੀ ਇਹਨਾਂ ਨੇ ਇਮੀਗ੍ਰੇਸ਼ਨ ਇੱਕ ਹੋਰ ਹੀ ਨਵਾਂ ਕੇਸ ਪਲਾਂਟ ਜਾ ਕਰਤਾ। ਮੈਂ ਇਹਨਾਂ ਨੂੰ ਉੱਥੇ ਵੀ ਜੱਜ ਸਾਹਿਬ ਨੂੰ ਕਿਹਾ ਕਿ 420 ਦੇ ਕੇਸ 'ਚ ਸਰ ਕੋਈ ਇੰਡੀਪੈਂਡੈਂਟ ਕੰਪਲੇਨੈਂਟ ਤਾਂ ਹੋਵੇ ਜਿਹੜਾ ਇਹ ਕਵੇ ਜੀ ਮੇਰੇ ਨਾਲ ਠੱਗੀ ਵੱਜੀ ਹੈ। ਔਰ ਖੋਖਰ ਸਾਹਿਬ ਇੱਕ ਇੰਟਰਸਟਿੰਗ ਪੁਆਇੰਟ ਹੋਰ ਦੱਸਦਾ, ਸਾਡੀ ਸਟੇਟ 'ਚ ਕੀ ਹੈ, 420 ਦੀਆਂ ਕੰਪਲੇਂਟਾਂ ਹਜ਼ਾਰਾਂ ਚੱਲਦੀਆਂ ਨੇ ਜਿਹਦੇ 'ਚ ਲੋਕੀ ਕਲਪਦੇ ਨੇ ਵੀ ਸਾਡੇ ਨਾਲ ਆ ਬੰਦੇ ਨੇ ਠੱਗੀ ਮਾਰੀ ਹੈ। ਉਹ ਕੰਪਲੇਂਟਾਂ ਤੇ ਤਾਂ ਪਰਚਾ ਹੁੰਦਾ ਨਹੀਂ,
ਆ ਟਰੈਵਲ ਏਜੰਟ ਬਹੁਤ ਠੱਗੀਆਂ ਲਾਉਂਦੇ ਮਾਲੀ ਦੇ ਵਿੱਚ ਹੀ। ਹਾਈ ਕੋਰਟ ਤੋਂ ਇਹਦੇ ਵਿੱਚ ਪੁਲਿਸ ਨੇ ਆਪਣੇ ਆਪ ਹੀ ਸਾਰਾ ਕੇਸ ਬਣਾ ਕੇ, ਦੇਖੋ 420 ਦਾ ਮਤਲਬ ਕੀ ਹੈ ਕਿ ਤੁਸੀਂ ਜੇਕਰ ਕਿਸੇ ਨਾਲ ਕੋਈ ਪ੍ਰੋਮਿਸ ਕੀਤਾ ਹੈ, ਇਹਨੂੰ ਅਸੀਂ ਕਹਿੰਦੇ ਡਿਲੀਵਰੀ ਆਫ ਪ੍ਰਾਪਰਟੀ, ਵੀ ਆਹ ਚੀਜ਼ ਤੁਹਾਨੂੰ ਪੈਸਿਆਂ ਦਾ ਲੈਣ ਦੇਣ ਹੈ ਜਾਂ ਪ੍ਰਾਪਰਟੀ ਦਾ, ਜੇਕਰ ਉਹ ਫੁੱਲਫਿਲ ਨਹੀਂ ਕਰਦਾ ਤਾਂ 420 ਹੋ। ਹੁਣ ਇਸ ਕੇਸ 'ਚ ਜਿਹਦੇ 'ਚ ਕੰਪਲੇਨੈਂਟ ਹੀ ਕੋਈ ਨਹੀਂ, ਪੁਲਿਸ ਆਪ ਹੀ ਕੰਪਲੇਨੈਂਟ ਬਣ ਗਈ ਵੀ ਜੇ ਲੋਕਾਂ ਤੋਂ ਸਾਨੂੰ ਪਤਾ ਲੱਗਾ ਜੀ ਠੱਗੀਆਂ ਮਾਰਦੇ ਨੇ, ਮੇਅਰ ਓਨਲੀ ਔਨ ਦਾ ਬੇਸਿਸ ਆਫ ਐਲੀਗੇਸ਼ਨ ਫਟਾਫਟ ਤੁਸੀਂ FIR ਦੇ ਦਿੰਦੇ ਹੋ, ਕੋਈ DA ਲੀਗਲ ਦੀ ਓਪੀਨੀਅਨ ਨਹੀਂ। ਔਰ CRPC ਕੀ ਕਹਿੰਦੀ ਹੈ ਕਿ ਜੇਕਰ ਕਿਸੇ ਦੀ ਕੰਪਲੇਂਟ ਆਉਂਦੀ ਹੈ ਉਹ SSP ਕੋਲ ਜਾਊਗੀ, SSP ਉਹਨੂੰ ਸਰ ਅੱਗੇ ਮਾਰਕ ਕਰੂਗਾ, ਜਿਹੜਾ SSP ਉਹ ਮਾਰਕ ਕਰੂਗਾ, 160 'ਚ ਪਰਵਾਨਾ ਜਾਊਗਾ, ਪਰਵਾਨੇ ਤੇ ਦੂਜੀ ਧਿਰ ਆਊਗੀ, ਉਹ ਆਪਣਾ ਪੱਖ ਦਊਗੀ, ਫਿਰ DA ਲੀਗਲ ਦੀ ਓਪੀਨੀਅਨ ਹੋਊਗੀ। ਪਰ ਇਸ ਕੇਸ 'ਚ ਤੇ ਖੋਖਰ ਸਾਹਿਬ ਕੁਝ ਵੀ ਨਹੀਂ ਕੀਤਾ। ਸੋ ਅਲਟੀਮੇਟਲੀ ਖੋਖਰ ਸਾਹਿਬ ਅਸੀਂ ਮਾਣਯੋਗ ਕੋਰਟ ਦੇ ਵਿੱਚ ਬੇਲ ਐਪਲੀਕੇਸ਼ਨ ਲਾਉਂਦੇ ਹਾਂ। ਹਜੇ ਬੇਲ ਐਪਲੀਕੇਸ਼ਨ ਪੈਂਡਿੰਗ ਹੁੰਦੀ ਹੈ ਤਾਂ ਕਲਕੱਤਾ ਵਿਖੇ ਜਿਹੜਾ ਇਹਨਾਂ ਨੇ ਇਨਕਾਊਂਟਰ ਕੀਤਾ ਹੈ ਵੈਸਟ ਬੰਗਾਲ ਵਾਲਾ, ਉਹ ਆ ਜਾਂਦਾ ਹੈ। ਸੋ ਅਸੀਂ ਮਾਣਯੋਗ ਕੋਰਟ ਤੋਂ ਪਰਮਿਸ਼ਨ ਦਵਾਈ, ਪਹਿਲਾਂ ਉਹਨੂੰ ਸੰਸਕਾਰ ਤੇ ਉਹਦੇ ਲਾਸਟ ਜਿਹੜੇ ਕ੍ਰੀਮੇਸ਼ਨ, ਉੱਥੇ ਵੀ ਸਟੇਟ ਨੇ ਪੂਰਾ ਗੱਡ ਕੇ ਪੋਜ਼ ਕੀਤਾ ਵੀ ਜੇ ਇੱਕ ਗੈਂਗਸਟਰ ਦੀ ਵਾਈਫ ਹੈ, ਪਹਿਲੀ ਗੱਲ ਇਹ ਕਹਿੰਦੇ ਜੀ ਉਹਦੀ ਵਾਈਫ ਹੈ ਕਿ ਨਹੀਂ ਹੈ। ਉਹ ਇੱਕ ਪਾਸੇ ਦਾ ਤੁਸੀਂ ਸਟੋਰੀ 'ਚ ਇਹ ਕਹੀ ਜਾਂਦੇ ਹੋ ਵੀ ਇਹ ਉਹਨੂੰ ਪਨਾਹ ਦਿੰਦੀ ਉਹਦੀ ਘਰ ਵਾਲੀ, ਦੂਜੇ ਪਾਸੇ ਤੁਸੀਂ ਨਵੀਂ ਸਟੋਰੀ ਕਹਿ ਰਹੇ ਹੋ ਹੁਣ ਲੈ ਕੇ ਆ ਗਏ ਵੀ ਪਤਾ ਨਹੀਂ ਜੀ ਉਹਦੀ ਘਰ ਵਾਲੀ ਹੈ ਕਿ ਨਹੀਂ ਹੈ। ਸੋ ਕਹਿੰਦੇ ਜੀ ਦੂਜੀ ਗੱਲ, ਅਸੀਂ ਜੇ ਸੰਸਕਾਰ ਤੇ ਲੈ ਕੇ ਜਾਂਦੇ ਹਾਂ ਸਾਨੂੰ ਵੱਡਾ ਸਿਕਿਉਰਿਟੀ ਕਵਰ, ਮੈਂ ਉੱਥੇ ਕਿਹਾ, ਮੈਂ ਕਿਹਾ ਹੁਣ ਇਹਦੇ ਤੇ ਵੀ ਟੈਗ ਲਾ ਦਿਓ ਗੈਂਗਸਟਰ ਦਾ, ਵੀ ਉਹਦੀ ਵਾਈਫ ਹੋਊਗੀ ਨਾ, ਹੁਣ ਇਹਦੇ ਫੱਟੀ ਲਾ ਦਿਓ, ਇਹਦੇ ਗਲ 'ਚ ਵੀ ਪਾ ਦਿਓ। ਸੋ ਬੜੀ ਜਦੋਂ ਜਹਿਦ ਬਾਅਦ ਸਾਡੀ ਉਹ ਐਪਲੀਕੇਸ਼ਨ ਪ੍ਰਵਾਨਿਤ ਹੋਈ ਤੇ ਚਲੋ ਸੰਸਕਾਰ ਤੇ ਜਿਹਨੂੰ ਕਹਿੰਦੇ ਵੀ ਤੈਨੂੰ ਜਿੰਦਾ ਤਾਂ ਨਹੀਂ ਦਿਖਿਆ ਪਰ ਉਹਦੇ ਲਾਸਟ ਜਿਹੜਾ ਮੂੰਹ ਹੈ ਹਨਾ, ਉਹ ਉਹਦੀ ਵਿਸ਼ ਜਿਹੜੀ ਸੀ ਥਰੂ ਕੋਰਟ ਸਰ ਉਹ ਆਰਡਰ ਕਰਵਾਇਆ। ਸੋ ਕੱਲ ਜਿਹੜੀ ਬੇਲ ਐਪਲੀਕੇਸ਼ਨ ਨੂੰ ਖੋਖਰ ਸਾਹਿਬ ਆਪਾਂ ਉਸ ਪੁਆਇੰਟ ਤੇ ਆ ਜਾਈਏ, ਅਸੀਂ ਉਹਦੀ ਜਿਹੜੀ ਜ਼ਮਾਨਤ ਦੀ ਅਰਜ਼ੀ ਸੀ ਉਹ ਕੱਲ ਲਈ ਸੀ ਮਾਣਯੋਗ RS ਰਾਏ ਸਾਹਿਬ ਦੀ ਕੋਰਟ 'ਚ, ਡਿਸਟ੍ਰਿਕਟ ਐਂਡ ਸੈਸ਼ਨ ਜੱਜ ਦੀ। ਉੱਥੇ ਅਸੀਂ ਸਵੇਰੇ 10:30 ਵਜੇ ਪਹਿਲੇ ਨੰਬਰ ਤੇ ਸਰ ਸਾਡਾ ਕੇਸ ਸੀ, ਗੱਡ ਕੇ ਅਸੀਂ ਬਹਿਸ ਸ਼ੁਰੂ ਕੀਤੀ। ਮੈਂ ਸਾਰਾ ਪੱਖ ਦੱਸਿਆ ਜੱਜ ਸਾਹਿਬ ਨੂੰ ਕਿ ਇਦਾਂ ਕਰਕੇ ਹੋਇਆ, ਆਹ ਧੱਕਾ ਇਸ ਫੈਮਿਲੀ ਨਾਲ ਹੋਇਆ, ਇਨੋਸੈਂਟ ਕਰ ਲੈ, ਇਹਦਾ ਕਸੂਰ ਤਾਂ ਦੱਸ ਦਿਓ ਮੈਨੂੰ, ਕਸੂਰ ਦਾ ਤੁਸੀਂ ਭੁੱਲਰ ਸਾਹਿਬ ਭੁੱਲਰ ਵਾਲਾ ਮਾਮਲਾ ਵੀ ਸਾਹਮਣੇ ਲਿਆਂਦਾ ਕਿ ਉਹਦਾ ਵਿਵਾਦ ਚੱਲਿਆ ਕਿ ਉਹਦੀਆਂ ਪਸਲੀਆਂ ਤੋੜਤੀਆਂ, ਬਾਂਹ ਤੋੜਤੀ, ਕਿ ਫੇਕ ਐਨਕਾਊਂਟਰ ਕੀਤਾ, ਜੱਸੀ ਦਾ ਵੀ ਕੀਤਾ ਹੋ ਸਕਦਾ, ਉਹ ਗੱਲਾਂ ਰੱਖੀਆਂ ਤੁਸੀਂ? ਦੇਖੋ ਜਿਹੜਾ DA ਲੀਗਲ ਸੀ, ਜਿਹੜੇ DA ਉਹਨਾਂ ਕੇਸ 'ਚ ਪੇਸ਼ ਹੋਏ ਨੇ, ਡਿਸਟ੍ਰਿਕਟ ਅਟਾਰਨੀ ਸਭ ਤੋਂ ਵੱਡੇ ਜਿਹੜੇ ਦੇ ਵਕੀਲ ਸੀ ਜਿਹੜੇ ਇਸ ਕੇਸ 'ਚ ਆਏ, ਉਹਨਾਂ ਨੇ ਆਪਣਾ ਪੱਖ ਰੱਖਿਆ ਵੀ ਜੇ ਇਹਦੀ ਜ਼ਮਾਨਤ ਕਰ ਦੋਗੇ ਤਾਂ ਇਹ ਬਾਹਰ ਜਾਊਗੀ ਜੇ ਹਜੇ ਮਾਹੌਲ ਠੀਕ ਨਹੀਂ ਬਾਹਰ, ਕਿਉਂਕਿ ਇੱਕ ਦਾ ਸੰਸਕਾਰ ਹੋ ਗਿਆ ਤੇ ਦੂਜੇ ਦਾ ਸੰਸਕਾਰ ਹਜੇ ਤੱਕ ਨਹੀਂ ਹੋਇਆ। ਸੋ ਬੜੇ ਚਾਂਸ ਨੇ ਕਿ ਇਹ ਐਵੀਡੈਂਸ ਨੂੰ ਟੈਂਪਰ ਕਰ ਸਕਦਾ। ਸੋ ਅਸੀਂ ਇਸ ਚੀਜ਼ ਨਾਲ ਬਿਲਕੁਲ ਗੱਲ ਕਲੀਅਰ ਕੀਤੀ ਵੀ ਜਿਹੜੀ ਲੜਕੀ ਦਾ ਕੋਈ ਕ੍ਰਿਮੀਨਲ ਪਿਛੋਕੜ ਹੀ ਨਹੀਂ, ਜਿਹਨੂੰ ਇਹ ਪਤਾ ਹੀ ਨਹੀਂ ਵਿਆਹ ਸਮੇਂ, ਉਹਦਾ ਹਜੇ 1 ਮਈ 2020 'ਚ ਵਿਆਹ ਹੋਇਆ ਹੈ ਤੇ ਅਜੇ 1 ਸਾਲ ਨਹੀਂ ਹੋਇਆ ਤੇ ਉਹਦਾ ਹਸਬੈਂਡ ਦਾ ਇਨਕਾਊਂਟਰ ਹੋ ਵੀ ਗਿਆ। ਉਹ ਕੁੜੀ ਨੂੰ ਉਹਨੇ ਸਾਨੂੰ ਦੱਸਿਆ, ਲਵਪ੍ਰੀਤ ਨੇ, ਕਿ ਵਕੀਲ ਸਾਹਿਬ ਮੈਂ ਜਦੋਂ ਇਹਨੂੰ ਮਿਲੀ, ਇੱਕ ਗੁਰਸਿੱਖ ਲੜਕਾ ਸੀ, ਇਹ ਫੈਮਿਲੀ ਵੀ ਗੁਰਸਿੱਖ ਹੈ, ਇੱਧਰ ਜਿਹੜੀ ਲੜਕੀ ਵਾਲਿਆਂ ਦੀ ਫੈਮਿਲੀ ਚੰਗੀ ਲੱਗੀ, ਵਿਆਹ ਹੋ ਗਿਆ। ਦੇਖੋ ਇਹੋ ਜਿਹਾ ਕੋਈ ਲੈਕਟੋਮੀਟਰ ਨਹੀਂ ਹੈਗਾ, ਕੋਈ ਥਰਮਾਮੀਟਰ ਨਹੀਂ ਵੀ ਜਿਹੜਾ ਆਪਾਂ ਮੁੰਡੇ ਨੂੰ ਲਾ ਕੇ ਦੇਖ ਲਈਏ ਵੀ ਇਹਦਾ 25, 26, 27 ਸਾਲ ਦਾ ਕੀ ਪਿਛਲਾ ਹੈਗਾ, ਕਿ ਉਹ ਕੋਈ ਕ੍ਰਿਮੀਨਲ ਹਿਸਟਰੀ ਸ਼ੀਟਰ ਹੈ ਜਾਂ ਇੱਕ ਇਨੋਸੈਂਟ ਬੰਦਾ। ਉਹ ਕਹਿੰਦੀ ਗੱਲਾਂ ਹੀ ਬਾਤੀ ਬੜਾ ਅੱਛਾ ਸੀਗਾ, ਸੁਭਾਅ ਬੜਾ ਅੱਛਾ ਸੀ, ਬੜਾ ਵਧੀਆ ਸੀ। ਚਲੋ 2-3 ਮਹੀਨਿਆਂ ਬਾਅਦ ਉਹਨੂੰ ਥੋੜਾ ਪਤਾ ਲੱਗਣ ਲੱਗਿਆ ਕਿ ਕਿਤੇ ਨਾ ਕਿਤੇ ਇਹਦਾ ਕਿਤੇ ਨਾ ਕਿਤੇ ਕੋਈ ਤਾਰ ਜਿਹੜੀ ਹੈ ਉਹ ਹੈ ਥੋੜਾ ਬਹੁਤਾ। ਔਰ ਵੱਡੀ ਗੱਲ ਇਹ ਸੀ ਕਿਉਂਕਿ ਉੱਤੇ ਵਿਚਾਰੇ ਤੇ ਕੇਸ ਸੀ, ਉਹ ਭੱਜਦਾ ਸੀ ਪੁਲਿਸ ਦੇ ਨਾਮ ਤੋਂ। ਸੋ 2 ਮਹੀਨਿਆਂ ਬਾਅਦ ਤਾਂ ਉਹ ਇੱਕ ਤਰੀਕੇ ਨਾਲ ਤੁਸੀਂ ਇਹ ਕਹਿ ਲਓ ਕਿ ਉਹ ਛੱਡ ਕੇ ਤਾਂ ਫਿਰ ਇਹ ਕਹਿੰਦੀ ਮੇਰੇ ਨਾਲ ਤਾਂ ਕਦੀ ਲਿੰਕ 'ਚੋਂ ਆਇਆ ਹੀ ਨਹੀਂ, ਜੋ ਉਹਦੀ ਪੁਲਿਸ। ਠੀਕ ਹੈ ਜੀ। ਸੋ ਇਹ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਦੇ ਸਾਹਮਣੇ ਰੱਖੀਆਂ ਮਾਣਯੋਗ ਕੋਰਟ ਦੇ ਵਿੱਚ। ਔਰ ਵੱਡੀ ਗੱਲ ਅਸੀਂ ਜੱਜ ਸਾਹਿਬ ਨੂੰ ਇਹ ਕਹੀ ਕਿ ਮੈਨੂੰ ਇੱਕ ਪ੍ਰੋਵੀਜ਼ਨ ਜ਼ਰੂਰ ਦੱਸ ਦੇਣ ਵੀ ਜਿਹਦੇ ਤਹਿਤ ਜਿਹੜੇ ਸੈਕਸ਼ਨਸ ਅਵੇਲੇਬਲ ਨੇ ਉਹਨਾਂ 'ਚ ਅਰੈਸਟ ਕਿੱਦਾਂ ਪੁਲਿਸ ਪਾ ਲੂਗੀ, ਮੈਨੂੰ ਇਹ ਜ਼ਰੂਰ ਸਮਝਾ ਦਿਓ। ਕਿਉਂਕਿ 19 ਤਰੀਕ ਨੂੰ ਵਾਅਦਾ ਕਰਕੇ ਇਸ ਕਰਕੇ ਲੈ ਕੇ ਆਏ ਵੀ ਹੁਣ ਆਪਾਂ ਪਿਛਲਾ ਕੰਮ ਜਿਹੜਾ 4 ਦਿਨ ਦਾ ਉਹਨੂੰ ਆਪਾਂ ਜਸਟੀਫਾਈ ਕਰ ਲਾਂਗੇ। ਸੋ ਇਹਦੇ 'ਚ ਇੱਕ ਆਹ ਚੀਜ਼ ਇੱਕ ਨਵੀਂ ਲੈ ਕੇ ਆ। ਬਿਲਕੁਲ। ਇਹ ਜਿਹੜੀ ਲੜਕੀ ਤੇ ਟੌਰਚਰ ਕੀਤਾ ਉਹਦੇ ਬਾਰੇ ਵੀ ਕੋਈ ਅਰਜ਼ੀ ਪਾਉਂਗੇ ਜਾਂ ਨਜਾਇਜ਼ ਹਿਰਾਸਤ ਵਿੱਚ ਰੱਖਿਆ, ਕੋਈ ਹੈ ਪਲਾਨ ਤੁਹਾਡਾ ਭਵਿੱਖ ਦਾ? ਸਰ ਉਹਦੇ ਵਿੱਚ ਪਰਿਵਾਰ ਵੱਲੋਂ ਖੋਖਰ ਸਾਹਿਬ ਸਾਨੂੰ ਅੱਜ ਲੜਕੀ ਨੇ ਸ਼ਾਮ ਨੂੰ ਜੇਲ੍ਹ ਤੋਂ ਆ ਜਾਣਾ, 1 ਅੱਧਾ ਦਿਨ ਰੈਸਟ ਕਰੇਗੀ। ਪਰਿਵਾਰ ਵੱਲੋਂ ਕਲੀਅਰ ਕੱਟ ਹੈ ਕਿ ਸਾਡੀ ਜਿਹੜੀ ਰਿਟ ਹੈ ਉਹ ਮਾਣਯੋਗ ਹਾਈ ਕੋਰਟ ਦੇ ਵਿੱਚ ਕ੍ਰਿਮੀਨਲ ਰਿਟ ਪਟੀਸ਼ਨ ਦਾਖਲ ਕਰਕੇ ਜਿਹੜੇ ਐਰਿੰਗ ਆਫੀਸਰਸ ਨੇ, ਜਿਹੜੇ ਵਿੱਚ ਦੋਸ਼ੀ ਨੇ, ਉਹ ਉੱਪਰ ਤੋਂ ਲੈ ਕੇ ਥੱਲੇ ਤੱਕ ਉਹਨਾਂ ਤੇ ਸਾਰਿਆਂ ਤੇ ਕਾਰਵਾਈ ਮੰਗਾਂਗੇ।
ਤੇ ਡੈਫੀਨਿਟਲੀ ਜੋ ਬੈਸਟ ਪੋਸੀਬਲ ਹੋਏਗਾ। ਔਰ ਅਸੀਂ ਉਹ ਤੇ ਹਾਈ ਕੋਰਟ 'ਚ ਇੱਕ ਇਦਾਂ ਦਾ ਕਾਨੂੰਨ ਬਣਵਾਉਣਾ ਹੈ, ਮੈਂ ਕੋਸ਼ਿਸ਼ ਕਰਨੀ ਹੈ ਵੀ ਕੋਈ ਇਦਾਂ ਦਾ ਕਾਨੂੰਨ ਬਣ ਜਾਵੇ ਜਿੱਥੇ ਪੁਲਿਸ ਨੂੰ ਐਟਲੀਸਟ ਜਿਹੜੀ ਇੱਕਦਮ ਆਉਂਦੀ ਇਲੀਗਲ ਕਸਟਡੀ 'ਚ ਚੱਕ ਕੇ ਬੰਦੇ ਨੂੰ 4-4 ਦਿਨ ਇਲੀਗਲ ਰੱਖਣਾ ਹੈ, 5ਵੇਂ ਦਿਨ ਕਹਿਣਾ ਜੀ ਅਸੀਂ ਤਾਂ ਰਾਤ ਅਰੈਸਟ ਪਾਈ ਹੈ, ਵੀ ਕੋਈ ਨਾ ਕੋਈ ਕਾਨੂੰਨ ਇਦਾਂ ਦਾ ਬਣ ਜਾਵੇ ਵੀ ਜਿਹਦੇ 'ਚ ਪੁਲਿਸ ਦੀ ਜਵਾਬਦੇਹੀ ਹੋ ਜਾਵੇ। ਸਾਡੀ ਇਹ ਕੋਸ਼ਿਸ਼ ਹੈ। ਔਰ ਕਮਲ ਸਾਹਿਬ ਇੱਕ ਸਵਾਲ ਇਹਦੇ ਵਿੱਚ ਇਹ ਵੀ ਆ ਜਾਂਦਾ ਹੈ ਕਿ ਜਿਵੇਂ ਆਪਾਂ ਮੁੜ ਵਸੇਵੇ ਦੀ ਗੱਲ ਕਰਦੇ ਹਾਂ, ਜਿਵੇਂ ਨਸ਼ੇੜੀਆਂ ਵਾਸਤੇ ਮੁੜ ਵਸੇਵੇ ਵਾਸਤੇ ਸਰਕਾਰ ਦੀਆਂ ਸਕੀਮਾਂ ਚੱਲਦੀਆਂ ਨੇ, ਜਿਹੜੇ ਮੁੰਡੇ ਪੁੱਠੇ ਰਾਹ ਪੈ ਗਏ ਉਹਦੇ ਪਰਿਵਾਰ ਨੂੰ ਨਾ ਤੰਗ ਕੀਤਾ ਜਾਵੇ, ਜਾਂ ਉਹਦੇ ਪਰਿਵਾਰ ਤੇ ਬਲਕਿ ਸਟੇਟ ਦਾ ਹੱਥ ਹੋਵੇ, ਉਹਨੂੰ ਕੋਈ ਪਰੇਸ਼ਾਨੀ ਕੋਈ ਜੇ ਦਿੰਦਾ ਉਹਨੂੰ ਰੋਕਿਆ ਜਾਵੇ। ਇਹ ਤਾਂ ਪੁਲਿਸ ਹੀ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਆ। ਕੋਈ ਮੁੜ ਵਸੇਵੇ ਦੀ ਪਾਲਿਸੀ ਵੀ ਚਾਹੀਦੀ ਆ, ਖਾਸ ਕਰਕੇ ਜਿਨ੍ਹਾਂ ਮੁੰਡਿਆਂ ਨੂੰ ਗੈਂਗਸਟਰ ਕਿਹਾ ਜਾਂਦਾ ਉਹਦੇ ਪਰਿਵਾਰਾਂ ਵਾਸਤੇ। ਦੇਖੋ ਮੈਂ ਖੋਖਰ ਸਾਹਿਬ ਉਸ ਮਾਂ ਦਾ ਜਿਗਰਾ ਦੇਖੋ, ਉਸ ਮਾਂ ਨਾਲ ਮੇਰੀ ਗੱਲ ਹੋਈ ਜਿਹਦੀ 25 ਦਿਨਾਂ ਦੀ ਕੁੜੀ ਪੁਲਿਸ ਨੇ ਨਜਾਇਜ਼ ਚੱਕ ਕੇ ਅੰਦਰ ਲੈ। ਉਹ ਕਹਿੰਦੇ ਰਾਤ ਨੂੰ ਨੀਂਦ ਨਹੀਂ ਆਉਂਦੀ, ਸਾਰੀ ਰਾਤ ਪਾਠ ਕਰਦੇ ਆ ਤੇ ਦਿਨੇ ਚੱਕਰ ਆਉਂਦੇ ਨੇ ਕਿਉਂਕਿ ਨੀਂਦ ਆਈ ਨਹੀਂ। ਕਿੰਨੇ 25 ਦਿਨ ਉਹਨਾਂ ਨੇ ਟੈਨਸ਼ਨ 'ਚ ਕੱਢੇ। ਦੂਜੇ ਪਾਸੇ ਜਿਹੜੇ ਜੈਪਾਲ ਭੁੱਲਰ ਦੇ ਫਾਦਰ ਦੀ ਮੈਂ ਸਾਰੀ ਇੰਟਰਵਿਊ ਦੇਖੀ, ਮਨ ਦੁਖੀ ਹੋਇਆ। ਮੈਂ ਦੇਖੋ ਉਹਦਾ ਕੀ ਹਿਸਟਰੀ ਹੈ, ਮੈਂ ਉਹਦੇ ਬਾਰੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ, ਪਰ ਇੱਕ ਗੱਲ ਜ਼ਰੂਰ ਹੈ ਵੀ ਉਹ ਫਾਦਰ ਉਹ ਮਦਰ ਜਿਨ੍ਹਾਂ ਨੇ ਬੱਚਾ ਵੀ ਗਵਾ ਲਿਆ ਤੇ ਪਿਛਲੇ 1 ਹਫ਼ਤੇ ਤੋਂ ਉਹਨਾਂ ਦੀ ਜਿਹੜੀ ਲਾਸ਼ ਹੈ ਉਹ ਘਰੇ ਸੜ ਰਹੀ ਹੈ। ਤੁਸੀਂ ਉਹਦੇ ਜਿਗਰਾ ਦੇਖੋ ਉਸ ਫਾਦਰ ਦਾ, ਬਈ ਜਿਹਦਾ ਬੱਚਾ ਜਿਹੜਾ ਹੈ, ਮੈਂ ਕਹਿੰਦਾ ਕਿ ਚਲੋ ਠੀਕ ਉਹਦੀ ਹਿਸਟਰੀ ਕੋਈ ਹੈਗੀ ਨਹੀਂ ਹੈਗੀ, ਮੈਂ ਉਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ, ਪਰ ਤੁਸੀਂ ਜਦੋਂ ਉਹਦੇ ਸਪੁਰਦ ਕਰਤਾ, ਦੇਖੋ ਉਹਨਾਂ ਦੀ ਮੰਗ ਕੀ ਹੈ, ਕੀ ਮੰਗਦੇ ਨੇ ਪੇਰੈਂਟਸ? ਸਿਰਫ ਇਹ ਮੰਗਦੇ ਨੇ ਵੀ ਇਹਦਾ ਇੱਕ ਵਾਰੀ ਪੋਸਟ, ਦੇਖੋ ਉਹਨੇ ਜਾਗਣਾ ਨਹੀਂ, ਆਪਰੇਸ਼ਨ ਨਹੀਂ ਮੰਗਦੇ ਵੀ ਕੋਈ ਇਹੋ ਜਿਹਾ ਚੀਜ਼ ਕਰ ਦਿਓ ਵੀ ਜਿਹਦੇ ਨਾਲ ਜਾਗ ਜੂ। ਉਹ ਕੀ ਮੰਗਾ ਉਹਨਾਂ ਦੀ ਤੁਸੀਂ ਆਪ ਦੇਖੋ, ਇੱਕ ਹਿਊਮੈਨਿਟੇਰੀਅਨ ਗਰਾਊਂਡ ਦੇਖੋ ਤੁਸੀਂ ਉਹਨਾਂ ਦੀ, ਵੀ ਸਾਡਾ ਐਟਲੀਸਟ ਇੱਕ ਵਾਰੀ ਪੋਸਟਮਾਰਟਮ ਕਰਾ ਦਿਓ। ਸਰ ਇਹਦੇ ਵਿੱਚ ਮੈਂ ਚੀਜ਼ ਇੱਕ ਹੋਰ ਦੱਸੂਗਾ, ਮੇਰੇ ਕੋਲ ਰਾਤ ਵੀ ਫੋਟੋਆਂ ਆਈਆਂ ਨੇ, ਮੈਂ ਉਹਦੀਆਂ ਦੇਖੀਆਂ ਨੇ, ਉਹਦੇ ਫ੍ਰੈਕਚਰਸ ਮੋਢੇ ਦੇ ਮੈਂ ਦੇਖ ਰਿਹਾ ਬੋਡੀ ਦੇ। ਦੇਖੋ ਜੇ ਫ੍ਰੈਕਚਰਸ ਹੈਗੇ ਨੇ ਖੋਖਰ ਸਾਹਿਬ, ਤਾਂ ਇੱਕ ਚੀਜ਼ ਤਾਂ ਕਲੀਅਰ ਹੈ ਵੀ ਜਿਹੜੀ ਕਲਕੱਤੇ ਇਹ ਜਿਹੜਾ ਫੇਕ ਇਨਕਾਊਂਟਰ ਹੈ ਉਹ ਕਲੀਅਰ ਹੁੰਦਾ ਹੈ ਜੇ ਫ੍ਰੈਕਚਰ ਉਹਦੀ ਬੋਡੀ ਤੇ ਆ ਜਾਂਦੇ ਨੇ। ਹੁਣ ਇਹਨਾਂ ਨੂੰ ਕੀ ਹੈ ਕਿ ਜੇਕਰ ਬੋਰਡ ਆਫ ਡਾਕਟਰਸ ਕਰ ਦਿੰਦੇ ਨੇ ਉਹਦਾ ਪੋਸਟਮਾਰਟਮ, ਤਾਂ ਡੈਫੀਨੇਟਲੀ ਉਹ ਸੱਟਾਂ ਬਾਹਰ ਆ ਜਾਣਗੀਆਂ ਤੇ ਜਿਹੜੀ ਉਹ ਪਿਛਲੀ ਕਹਾਣੀ ਜਿਹੜੀ ਦੱਸੀ ਹੋਈ ਹੈ ਉਹ ਝੂਠੀ ਸਾਬਤ ਹੁੰਦੀ ਹੈ। ਸੋ ਇੱਕ ਚੀਜ਼ ਇਹ। ਨੰਬਰ 2 ਖੋਖਰ ਸਾਹਿਬ, ਜਿਹੜਾ ਕਿਸੇ ਦੀ ਜਾਨ ਲੈਣੀ ਹੈ, ਕਿਸੇ ਨੂੰ ਫਾਹ ਲਾਣਾ ਹੈ, ਇਹ ਸਿਰਫ ਤੇ ਸਿਰਫ ਜਿਹੜਾ ਅਧਿਕਾਰ ਹੈ ਇਸ ਕ੍ਰਿਮੀਨਲ ਪ੍ਰੋਸੀਜਰ ਕੋਡ 'ਚ, ਉਹ ਸਿਰਫ ਤੇ ਸਿਰਫ ਕੋਰਟ ਕੋਲ ਹੈ। ਕੋਰਟ ਦੇ ਵਿੱਚ ਪ੍ਰੋਪਰ ਟ੍ਰਾਇਲ ਚੱਲੂਗਾ। ਟ੍ਰਾਇਲ ਦੇ ਵਿੱਚ ਕੀ ਹੈ, ਪਹਿਲਾਂ ਚਲਾਨ, ਫਿਰ ਚਾਰਜਸ ਫਰੇਮ ਹੋਣਗੇ, ਫਿਰ ਐਵੀਡੈਂਸ ਹੋਊਗਾ, ਫਿਰ ਕ੍ਰੋਸ ਐਗਜ਼ਾਮੀਨੇਸ਼ਨ ਹੋਊਗਾ, ਫਿਰ ਕੰਸੀਡਰੇਸ਼ਨ ਹੋਣਗੇ, ਫਿਰ ਆਰਗੂਮੈਂਟਸ ਹੋਣਗੇ। ਇਹ ਸਰ ਇਟ ਟੇਕਸ ਲੌਂਗ ਟਾਈਮ। ਇਹਦੇ 'ਚ ਪ੍ਰੋਪਰ ਸਿਸਟਮ ਹੈ ਵੀ ਇਹ ਸਟੇਜ ਆ ਰਹੀ ਹੈ, ਆ ਰਹੀ ਹੈ, ਲਾਸਟ ਜਾ ਕੇ ਸਿਰਫ ਕੋਰਟ ਕੋਲ ਅਧਿਕਾਰ ਹੈ ਫਾਹ ਲਾਉਣ ਦਾ। ਕੋਰਟ ਤੋਂ ਇਲਾਵਾ ਇਸ ਦੇਸ਼ ਦੇ ਜਿਹੜਾ ਕਾਨੂੰਨ ਹੈ ਉਹਦੇ 'ਚ ਸਰ ਪੁਲਿਸ ਛੱਡ ਕੇ ਕਿਸੇ ਕੋਲ ਵੀ ਅਧਿਕਾਰ ਇਸ ਚੀਜ਼ ਦਾ ਹੈ ਨਹੀਂ ਵੀ ਕਿਸੇ ਨੂੰ ਆਪਾਂ ਫਾਹ ਲਾ ਦਈਏ। ਸੋ ਇਹਨਾਂ ਨੇ ਇਸ ਕੇਸ 'ਚ ਕੀਤਾ ਹੈ। ਠੀਕ ਆ ਕਮਲ ਸਾਹਿਬ, ਆਪਣੀ ਗੱਲ ਡਿਟੇਲ 'ਚ ਹੋ ਗਈ ਹੈ। ਨੋ ਚਲਾਨ, ਕੈਪੀਟਲ ਪਨਿਸ਼ਮੈਂਟ ਐਟ ਦੀ ਸਪੋਟ। ਬਿਲਕੁਲ, ਪੁਲਿਸ ਦੇ ਵਿੱਚ ਵੱਡੇ ਸੁਧਾਰਾਂ ਦੀ ਲੋੜ ਆ। ਸਾਰੀ ਗੱਲ ਤੋਂ ਇਹ ਸਾਹਮਣੇ ਆ ਗਿਆ ਕਿ ਪੁਲਿਸ ਆਪਣਾ ਬਿਹੇਵ ਜ਼ਰੂਰ ਸੁਧਾਰੇ। ਬਿਲਕੁਲ ਸਰ, ਮੈਂ ਇੱਕ ਚੀਜ਼ ਹੋਰ ਕਹੂੰਗਾ। ਦੇਖੋ ਅਸੀਂ ਕਾਨੂੰਨ 'ਚ ਕੀ ਪੜ੍ਹਦੇ ਹਾਂ, ਜਦੋਂ ਅਸੀਂ CRPC ਪੜ੍ਹਦੇ ਹਾਂ ਨਾ ਸਰ, ਉਹਦੇ 'ਚ ਹੁੰਦਾ ਹੈ ਡਿਊਟੀ ਆਫ ਦੀ ਪੁਲਿਸ ਆਫੀਸਰ। ਉਹ ਕੀ ਹੈ ਕਿ ਉਹਨੇ ਇਨਵੈਸਟੀਗੇਟ ਕਰਨਾ ਹੈ, ਇਨਕੁਆਇਰ ਕਰਨਾ ਹੈ ਕਿਸੇ ਕੇਸ ਨੂੰ ਪ੍ਰੋਪਰਲੀ। ਉੱਥੇ ਵਰਡ ਕੀ ਯੂਜ਼ ਕੀਤਾ ਜਾਂਦਾ ਹੈ, ਪ੍ਰੋਪਰਲੀ ਐਂਡ ਮਿਨਿਊਟਲੀ। ਬਟ ਦਿਸ ਇਜ਼ ਨਾਟ ਦੀ ਵੇ ਕਿ ਤੁਸੀਂ ਇੱਕ ਇਨੋਸੈਂਟ ਬੰਦੇ ਨੂੰ ਫੜ ਕੇ ਤੇ ਤੁਸੀਂ ਫਟਾਫਟ ਉਹਦੇ ਤੇ ਡਰੈਗ ਕਰ ਲਓ, ਤੁਸੀਂ ਉੱਤੇ ਪਲਾਂਟ ਕਰ ਦਿਓ ਇੱਕ ਨਵੀਂ ਸਟੋਰੀ। ਬਿਲਕੁਲ ਕਮਲ ਸਾਹਿਬ, ਤੁਹਾਨੂੰ ਮੈਂ ਵਿੱਚੋਂ ਟੋਕ ਰਿਹਾ, ਜਿਵੇਂ ਦਿੱਲੀ ਜਿਹੜੇ ਸਟੂਡੈਂਟ ਨੇ, 4 ਦੀ ਉਹਨਾਂ ਦੀ ਜ਼ਮਾਨਤ ਹੋਈ ਆ ਸਾਲ ਬਾਅਦ, ਉਹਨਾਂ ਨੂੰ ਵੀ ਦੇਖੋ ਅੱਤਵਾਦੀ ਘੋਸ਼ਿਤ ਕਰਨ ਲੱਗੀ ਸੀ ਦਿੱਲੀ ਪੁਲਿਸ। ਇਹ ਸਾਰੇ ਪਾਸੇ ਮਾਹੌਲ ਖਰਾਬ ਆ, ਦਿੱਲੀ ਵੀ, ਕਲਕੱਤੇ ਵੀ, ਪੰਜਾਬ ਦੇ ਵਿੱਚ ਵੀ। ਇਹ ਤਾਂ ਪੂਰੇ ਇੰਡੀਆ ਲੈਵਲ ਤੇ ਪੁਲਿਸ ਸੁਧਾਰਾਂ ਦੀ ਲੋੜ ਲੱਗਦੀ ਹੈ। ਦੇਖੋ ਮੈਨੂੰ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਜੇ ਸੁਧਾਰ ਆਪਣੇ ਦੇਸ਼ 'ਚ ਨਾ ਹੋਇਆ, ਦੇਖੋ ਹੁੰਦਾ ਕੀ ਹੈ, ਘਰ ਦੇ ਵਿੱਚ ਕਿਸੇ ਬੰਦੇ ਕੋਲ ਕੋਈ ਕੰਮ ਗਲਤ ਹੋ ਗਿਆ, 302 ਹੋ ਗਈ, ਕੁਛ ਹੋ ਗਿਆ, 307 ਲੱਗ ਜਾਂਦੀ ਹੈ, ਸਾਰੀ ਫੈਮਿਲੀ ਭੱਜ ਜਾਂਦੀ ਹੈ ਭਾਜੀ। ਕਦੀ ਫਾਦਰ ਨੂੰ ਚੱਕ ਕੇ ਲੈ ਜਾਣਗੇ, ਕਦੀ ਮਦਰ, ਸਿਸਟਰਸ। ਤੁਸੀਂ ਮੇਰੇ ਕੋਲ ਇੱਕ ਫੋਨ ਆਇਆ, ਮੈਂ ਤੁਹਾਨੂੰ ਖੋਖਰ ਸਾਹਿਬ ਉਹ ਵੀ ਸ਼ੇਅਰ ਕਰੂੰਗਾ। ਇੱਕ ਇਹਨਾਂ 'ਚ ਜਗਤਾਰ ਨਾਮ ਦਾ ਸੀਗਾ, ਜਗਤਾਰ ਤੇ ਦਵਿੰਦਰ, ਜੱਸੀ ਤੇ ਜੈਪਾਲ ਭੁੱਲਰ। ਜਗਤਾਰ ਸਹੋਲੀ ਮੇਖੜ, ਸਹੋਲੀ ਪਿੰਡ ਦਾ ਸੀ। ਉਹਦੀ ਬੇਟੀ ਤੇ 4 ਸਾਲ ਦਾ ਬੱਚੇ ਨੂੰ ਨਾਲ ਲਈ ਫਿਰਦੇ ਰਹੇ ਨੇ, ਸ਼ਾਇਦ ਤੁਸੀਂ ਵੀ ਦੇਖੀ ਹੋਣੀ ਹੈ। ਮੈਨੂੰ ਉਸੇ ਕੇਸ 'ਚ ਕੋਈ ਸੂਬੇਦਾਰ ਨੇ ਲੁਧਿਆਣੇ ਤੋਂ
ਉਹਨਾਂ ਦਾ ਬੇਟਾ ਨਹੀਂ ਪੁਲਿਸ ਲਈ ਫਿਰਦੀ ਰਹੀ ਪੁਲਿਸ ਉਹਨਾਂ ਨੂੰ, ਛੋਟੇ ਬੱਚਿਆਂ ਨੂੰ? ਉਹਦਾ 4 ਸਾਲ ਦਾ ਬੱਚਾ ਨਾਲ। ਓਕੇ, ਉਹਦਾ ਕੀ ਭਵਿੱਖ ਬਣੇਗਾ ਬੱਚੇ? ਜੇ ਉਹ ਗਲਤ, ਜੇ ਜੱਸੀ ਗਲਤ ਸੀ, ਤੁਸੀਂ ਜੱਸੀ ਨੂੰ ਕੈਪੀਟਲ ਪਨਿਸ਼ਮੈਂਟ ਦੇਤੀ, ਤੁਸੀਂ ਜੋ ਬਣਦਾ ਸੀ ਕਰਤਾ, ਪਰ ਯਾਰ ਉਹਦੀ ਫੈਮਿਲੀ ਤਾਂ ਐਟਲੀਸਟ ਦੇਖ ਲਓ। ਉਹਦੀ ਯਾਰ ਯੰਗ ਵਾਈਫ ਹੈ 24-25 ਸਾਲ ਦੀ, ਉਹਦਾ ਕੋਈ ਕ੍ਰਿਮੀਨਲ ਪਿਛੋਕੜ। ਤੁਸੀਂ ਚਲੋ ਤੁਸੀਂ ਪੁੱਛ ਗਿੱਛ ਲਈ, ਅਰੈਸਟ ਵੀ ਕਰ ਲਈ, ਮੰਨ ਲਈ ਗੱਲ ਵੀ ਤੁਸੀਂ 1 ਵਜੇ ਲੈ ਗਏ, ਤੁਸੀਂ 1 ਅੱਧਾ ਦਿਨ ਰੱਖ ਲੈਂਦੇ, 2 ਦਿਨ ਰੱਖ ਲੈਂਦੇ, ਉਹਨੂੰ ਛੱਡ ਦਿੰਦੇ, ਰਿਲੀਜ਼ ਕਰ ਦਿੰਦੇ। ਆ ਜਿਹੜਾ ਪਲਾਂਟ ਕੀਤਾ ਇਹ ਕਰਨ ਦੀ ਕੀ ਲੋੜ ਸੀਗੀ? ਉਹਦੀ ਲਾਈਫ ਦੇਖੋ। ਤਾਂ ਕਿਤੇ ਨਾ ਕਿਤੇ ਵੱਡੇ ਨੁਕਸ ਨੇ ਪੁਲਿਸ ਸਿਸਟਮ ਦੇ ਵਿੱਚ। ਤੁਸੀਂ ਉਸ ਲੇਡੀ ਦੇਖੋ ਜਿਹਦੀ ਅਸੀਂ ਜ਼ਮਾਨਤ ਕਰਾਈ ਹੈ ਕੱਲ, ਉਹ ਘਰੇ ਆਊਗੀ, ਹਸਬੈਂਡ ਉਹਦਾ ਹੈ ਨਹੀਂ ਤੇ ਕੇਸ ਵੱਖਰਾ ਪਿਆ, ਹਜੇ ਉਹਨੇ ਉਹ ਝਗੜਨਾ ਤੇ ਰਿਟਾਂ ਵੱਖਰੀਆਂ ਪਾਣੀਆਂ ਨੇ ਹਾਈ ਕੋਰਟ 'ਚ। ਬਿਲਕੁਲ 24-25 ਸਾਲ ਦੀ। ਠੀਕ ਆ ਘੁੰਮਣ ਸਾਹਿਬ, ਬਾਕੀ ਗੱਲਾਂ ਫੇਰ ਕਰਾਂਗੇ, ਕਾਫੀ ਡਿਟੇਲ 'ਚ ਗੱਲ ਹੋ ਗਈ ਹੈ ਇਸ ਮਸਲੇ ਤੇ। ਸੋ ਇਹ ਸਨ ਐਡਵੋਕੇਟ ਘੁੰਮਣ, ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਪੁਲਿਸ ਦੇ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈ। ਪੁਲਿਸ ਤੰਤਰ ਹੀ ਮਾਹੌਲ ਖਰਾਬ ਕਰਦਾ ਹੈ। ਠੀਕ ਹੈ, ਜੇ ਕੋਈ ਕ੍ਰਾਈਮ ਕਰਦਾ ਹੈ ਉਹਨੂੰ ਸਜ਼ਾ ਦਿਵਾਉਣ ਵਾਸਤੇ ਪੁਲਿਸ ਕੰਮ ਕਰੇ, ਨਾ ਕਿ ਉਹਦੇ ਪਰਿਵਾਰ ਨੂੰ ਖੁਦ ਹੀ ਪੁਲਿਸ ਸਜ਼ਾ ਦੇਵੇ। ਵੱਡੇ ਸਵਾਲ ਨੇ ਪੁਲਿਸ ਤੇ। ਦੇਖਦੇ ਹਾਂ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਸ ਮਸਲੇ ਨੂੰ ਗੰਭੀਰਤਾ ਨਾਲ ਕੀ ਲਵੇਗੀ, ਕਿਉਂਕਿ ਜੇਕਰ ਨਜਾਇਜ਼ ਕਿਸੇ ਨਾਲ ਵੀ ਹੁੰਦੀ ਹੈ ਤਾਂ ਸਿੱਧਾ ਇਹ ਹੁੰਦਾ ਕਿ ਉਹ ਪੁੱਠੇ ਰਾਹ ਜਾ ਸਕਦਾ ਹੈ। ਸੋ ਵੱਡੇ ਸਵਾਲ ਨੇ, ਇਹਨਾਂ ਸਵਾਲਾਂ ਦਾ ਜਵਾਬ ਪੁਲਿਸ ਨੂੰ ਦੇਣਾ ਵੀ ਚਾਹੀਦਾ ਹੈ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।